सत श्री अकाल मेरे सारे दोस्तों। अज आप लाउन जा रहे हैं भाई पंजाब जीके की मैराथन क्लास। कि पंजाब जीके की मैराथन क्लास लाउन जा रहे हैं। पंजाबी दे विच MCQ ने, ठीक है। अद्धे MCQ का ए टाइप के ये सानू करवाए हुए आ पहला, अद्धे MCQ अद्धे विच नवे ऐड करे हुए आ, ठीक है। तो जोड़े है MCQ है पहले मैं थोड़ा जो करवाए से करवाए से इंग्लिश लैंगुएज के बहुत बच्चों को प्रॉब्लम आ रही से, उन्होंने पता नहीं लग रहा किमें करनी है। तो सारे बच्चों ने एक तरह टैसट वांगू लैक्चर ला लेना है, ठीक है। तो अज भाई तुहाडा रीजनिंग का टैसट लेना मैं। रीजनिंग का टैसट आ जिमें तुहानू टैसट पंजाब पुलिस कांस्टेबल के आऊगा, रीजनिंग का पेपर के टैसट जमा सेम टू सेम उन्ने ही प्रश्न जमा उवें जिमें पेपर के आउणगे जमा सेम टू सेम कट के लेके आऊँगा। जोड़ा बच्चा ਉਹਦੇ ਵਿੱਚੋਂ पूरे जिन्ने नंबर लै गया उन्ने नंबर ही पेपर के आउणगे, ये गल की गारंटी है अपनी, ठीक है पुत्रो। तो वो लैक्चर सारे ने लाउणा टैसट, तुहानू मैं वो टैसट पाऊँगा 4 बजे शायद, ठीक है। इस तो पहले तुहाडा मैथ का लैक्चर भी लाउणा, अज मैं 2 लैक्चर लाऊँगा अज तुहाडे मैं, ठीक है। देखो सब तो पहला किहड़ा राज पंजाब नूं स्टील सिटी कहा जाता, किहड़े राज नूं पंजाब नूं स्टील सिटी कहा जाता। लाइक एंड शेयर कर दो, मैराथन क्लास आ पुत्रो, टाइम लगना हजे तो लाइक शेयर कमेंट एंड सबसक्राइब जरूर कर लो, ठीक है। मेरी फैमिली वांगू तुसीं एक तां करके तुसीं बहुत साथ दिता मेरा हुण तक। 72,000 सबसक्राइबर करते, 70-71,000 तो 72 भी हो जाएंगे, कोई चक्कर नहीं, तुसीं नाल आ जदों। देखो पुत्रो ਇਹਦੇ ਵਿੱਚ ਕੀ ਕਹਿੰਦੇ ਕਿਹੜਾ ਰਾਜ ਜਿਸ ਨੂੰ ਪੰਜਾਬ ਦੀ ਸਟੀਲ ਸਿਟੀ ਕਿਹਾ ਜਾਂਦਾ, ਤਾਂ ਇਹ ਕਿਹਾ ਜਾਂਦਾ ਵੀ ਮੰਡੀ ਗੋਬਿੰਦਗੜ੍ਹ ਨੂੰ, ਕਿਉਂਕਿ ਸਟੀਲ ਨਾਲ ਸੰਬੰਧਿਤ ਚੀਜ਼ਾਂ ਜਿਹੜੀਆਂ ਇਹ ਸਾਰੀਆਂ ਉੱਧਰ ਹੀ ਬਣਦੀਆਂ ਗਈਆਂ, ਲੋਹੇ ਨਾਲ ਸੰਬੰਧਿਤ, ਤਾਂ ਕਰਕੇ ਇਹਨੂੰ ਮੰਡੀ ਗੋਬਿੰਦਗੜ੍ਹ ਨੂੰ ਇਹਦਾ ਨਾਂ ਲਿੱਤਾ ਗਿਆ। ਦੂਸਰੇ ਪਾਸੇ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੀ ਬੱਸੋਂ ਵੀ ਸਭ ਤੋਂ ਜ਼ਿਆਦਾ ਆ, ਲੁਧਿਆਣਾ ਦੀ ਬੱਸੋਂ ਵੀ ਸਾਰੀਆਂ ਸਟੇਟਾਂ ਤੋਂ ਜ਼ਿਆਦਾ ਆ। ਅਤੇ ਸਭ ਤੋਂ ਵੱਡਾ ਜ਼ਿਲ੍ਹਾ ਵੀ ਆਪਣਾ ਕਿਹੜਾ ਗਾ, ਲੁਧਿਆਣਾ। ਅਤੇ ਸਭ ਤੋਂ ਵੱਧ ਪ੍ਰਦੂਸ਼ਣ ਵੀ ਕਿੱਥੇ ਆ, ਲੁਧਿਆਣੇ ਦੇ ਵਿੱਚ ਆ। ਅਤੇ ਸਭ ਤੋਂ ਵੱਧ ਫੈਕਟਰੀਆਂ ਵੀ ਲੁਧਿਆਣੇ ਦੇ ਵਿੱਚ ਆ, ਠੀਕ ਹੈ। ਅਤੇ ਸਭ ਤੋਂ ਸੰਘਣੀ ਬੱਸੋਂ ਵੀ ਲੁਧਿਆਣੇ ਦੇ ਵਿੱਚ ਹੈ, ਠੀਕ ਹੈ। ਇੰਨੀਆਂ ਚੀਜ਼ਾਂ ਕਲੀਅਰ ਹੋ ਗਈਆਂ ਨਾਲ ਨਾਲ ਤੁਹਾਨੂੰ, ਠੀਕ ਹੈ। ਅਤੇ ਸਭ ਤੋਂ ਵੱਧ ਪੁਲ ਵੀ ਕਿੱਥੇ ਹੈ, ਲੁਧਿਆਣੇ ਦੇ ਵਿੱਚ ਹੈਗੀ। ਪੰਜਾਬ ਦੀ ਗੱਲ ਕਰੀਏ ਪੁਲ, ਠੀਕ ਹੈ। ਅੰਮ੍ਰਿਤਸਰ ਪੰਜਾਬ ਦੀ ਸਭ ਤੋਂ ਜਿਹੜੀ ਮਸ਼ਹੂਰ ਸਿਟੀ ਹੈ ਉਹ ਹੈਗੀ ਆਪਣੀ ਅੰਮ੍ਰਿਤਸਰ, ਠੀਕ ਹੈ ਜੀ, ਜਿਹਨੂੰ ਗੁਰੂ ਕੀ ਨਗਰੀ ਵੀ ਕਿਹਾ ਜਾਂਦਾ। ਰੋਪੜ, ਰੋਪੜ ਆ ਜਿਹੜਾ ਇਹ ਇੱਕ ਨਾ ਆਪਣੀ ਉਹ ਹੈਗੀ, ਰੋਪੜ ਆਪਣਾ ਥਰਮਲ ਪਲਾਂਟ ਵੀ ਹੈ, ਠੀਕ ਹੈ। ਇਹ ਗੱਲ ਵੀ ਯਾਦ ਰੱਖਣੀ ਹੈ। ਅਤੇ ਇੱਕ ਆਪਣੀ ਜਿਹੜੀ ਉਹ ਹੈਗੀ ਡਿਵੀਜ਼ਨ ਸਭ ਤੋਂ ਛੋਟੀ ਡਿਵੀਜ਼ਨ ਵੀ ਇਹੀ ਹੈ, ਰੋਪੜ ਡਿਵੀਜ਼ਨ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ 2011 ਵਿੱਚ ਪੰਜਾਬ ਦੀ ਕੁੱਲ ਆਬਾਦੀ ਕਿੰਨੀ ਸੀ? ਸਾਰੇ ਅੰਕੜੇ ਐਜ਼ ਟੂ ਐਜ਼ ਡੇਟ ਯਾਦ ਹੋਣੇ ਚਾਹੀਦੇ। ਪ੍ਰਸ਼ਨ ਪੁੱਛਣ ਦੇ ਫੁੱਲ ਚਾਂਸ ਨੇ 27,704,236। ਜਿਵੇਂ ਮੋਬਾਈਲ ਨੰਬਰ ਯਾਦ ਕਰਦੇ ਨਾ, ਇਹ ਯਾਦ ਕਰ ਲਿਓ 27,704,236, ਇਸ ਤਰ੍ਹਾਂ ਨਾਲ ਯਾਦ ਕਰ ਲਿਓ, ਠੀਕ ਹੈ। 2011 ਦੀ ਜਨਗਣਨਾ ਦੇ ਅਨੁਸਾਰ ਆ ਬੱਚਿਓ। ਇਸ ਤੋਂ ਬਾਅਦ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਕਿਹੜਾ? ਲੁਧਿਆਣਾ ਹੈਗਾ, ਇਸ ਨੂੰ ਕਰਵਾ ਕੇ ਗਿਆ ਹੋਇਆ ਮੈਂ, ਠੀਕ ਹੈ। ਅਤੇ ਸਭ ਤੋਂ ਵੱਡੀ ਡਿਵੀਜ਼ਨ ਕਿਹੜੀ ਆਪਣੇ ਪੰਜਾਬ ਦੇ ਵਿੱਚ? ਕੁੱਲ ਡਿਵੀਜ਼ਨਾਂ ਕਿੰਨੀਆਂ ਗਈਆਂ? 5 ਡਿਵੀਜ਼ਨ ਆਪਣੇ ਪੰਜਾਬ ਦੇ ਵਿੱਚ। ਇਹ ਲੈਕਚਰ ਲੱਗਿਆ ਹੋਇਆ ਡਿਵੀਜ਼ਨ ਵਾਲਾ, ਕੁੱਲ 5 ਡਿਵੀਜ਼ਨ ਆ। 5 ਡਿਵੀਜ਼ਨਾਂ ਦੇ ਵਿੱਚੋਂ ਜਿਹੜੀ ਜਲੰਧਰ ਡਿਵੀਜ਼ਨ ਹੈ ਸਭ ਤੋਂ ਜ਼ਿਆਦਾ ਵੱਡੀ ਹੈ, ਠੀਕ ਹੈ। ਸਭ ਤੋਂ ਵੱਡੀ ਡਿਵੀਜ਼ਨ ਕਿਹੜੀ ਆਪਣੀ? ਜਲੰਧਰ ਹੈ, ਇਹ ਗੱਲ ਵੀ ਯਾਦ ਰੱਖਣੀ ਹੈ। ਫਿਰੋਜ਼ਪੁਰ ਤੋਂ ਅਲੱਗ ਹੋ ਕੇ ਕਿਹੜਾ ਜ਼ਿਲ੍ਹਾ ਬਣਿਆਗਾ? ਫਾਜ਼ਿਲਕਾ। ਅੰਮ੍ਰਿਤਸਰ ਸ਼੍ਰੀ ਕਿਹਨੇ ਵਿਛਾਇਆ ਸੀ? ਸ਼੍ਰੀ ਗੁਰੂ ਰਾਮਦਾਸ ਜੀ ਨੇ, ਸਿੱਖਾਂ ਦੇ ਚੌਥੇ ਗੁਰੂ ਸਨ, ਜਿਨ੍ਹਾਂ ਦਾ ਨਾਮ ਕੀ ਹੈਗਾ? ਭਾਈ ਜੇਠਾ ਜੀ, ਠੀਕ ਹੈ। ਇਸ ਤੋਂ ਬਾਅਦ ਪੰਜਾਬ ਦੀ ਕੁੱਲ ਆਬਾਦੀ ਦੀ ਘਣਤਾ ਕਿੰਨੀ ਹੈ? ਪੰਜਾਬ ਦੇ ਵਿੱਚ ਕਿੰਨੇ ਮਤਲਬ ਕਿਲੋਮੀਟਰ ਦੇ ਵਿੱਚ ਕਿੰਨੇ ਲੋਕ ਰਹਿੰਦੇ ਆ? ਆਪਣੇ ਪੰਜਾਬ ਦੇ ਵਿੱਚ ਕਿਲੋਮੀਟਰ ਦੇ ਵਿੱਚ 550 ਲੋਕ ਰਹਿੰਦੇ ਆ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਪੰਜਾਬ ਦਾ ਖੇਤਰਫਲ ਪੁੱਛ ਲਿਆ ਜੀ ਉਹਨਾਂ ਨੇ। ਪੰਜਾਬ ਦਾ ਖੇਤਰਫਲ 50,632 ਹੈ, ਠੀਕ ਹੈ। 50,632 ਪਰ ਇਹਦੇ ਵਿੱਚ ਇਹ ਨਾ ਪਤਾ ਕੀ ਚੱਕਰ ਹੁੰਦੇ, ਇਹ ਹੁੰਦੇ ਪੁੱਤ ਅੰਕੜੇ। ਜੇ ਤੁਹਾਨੂੰ ਆਪਸ਼ਨ ਦੇ ਵਿੱਚ 50,632 ਮਿਲਦਾ, ਜੇ ਤੁਸੀਂ ਇਹ ਲਾ ਕੇ ਆਉਣਾ, ਜੇ ਤੁਹਾਨੂੰ ਆਪਸ਼ਨ ਦੇ ਵਿੱਚ 50,362 ਕਿਲੋਮੀਟਰ ਪਰ ਸਕੁਅਰ ਮਿਲਦਾ, ਫਿਰ ਤੁਸੀਂ ਇਹ ਲਾ ਕੇ ਆਉਣਾ, ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ ਪੁੱਤਰੋ। ਇਹ ਕਿਉਂ ਲਾ ਕੇ ਆਉਣਾ? ਦੇਖੋ ਕਿਉਂਕਿ ਇਹ ਹੈਗੇ ਅੰਕੜੇ ਇਹਨਾਂ ਦੇ। ਅੱਧੀਆਂ ਬੁੱਕਸ ਦੇ ਵਿੱਚ ਤੁਹਾਨੂੰ ਅੰਕੜਾ ਹੋਰ ਮਿਲੂ, ਅੱਧੀਆਂ 'ਚ ਹੋਰ ਮਿਲੂਗਾ। ਇੱਥੇ ਦੇਖੋ ਜੇ ਹੁਣ ਆਪਾਂ 50,632 ਲਾਉਣੇ, ਦੇਖੋ ਇੱਥੇ ਨਨ ਆਫ ਬਾਬਰੀ ਆਪਸ਼ਨ ਤਾਂ ਹੈ ਨਹੀਂ, ਨਨ ਆਫ ਬਾਬਰੀ ਆਪਸ਼ਨ ਤਾਂ ਇੱਥੇ ਹੈ ਨਹੀਂ, ਠੀਕ ਹੈ। ਜੇ ਇੱਥੇ ਨਨ ਆਫ ਬਾਬਰੀ ਆਪਸ਼ਨ ਹੁੰਦੀ ਫਿਰ ਆਪਾਂ ਨਨ ਆਫ ਬੱਬ ਲਾ ਦਿੰਦੇ।
पर जो इन्होंने ऑप्शन ही अपने यह जिहा प्रश्न देता तो जो कंट्रोवर्सी वाले प्रश्न होंगे कि 362 के नेड़े तेड़े कि संख्या आ रही है, 362 के नेड़े तेड़े सिर्फ यही संख्या आ रही है, तो करके आप आंसर ये ऑप्शन भी लावे। वैसे जो असली फैक्ट आ वो तो है 62 50 362 जो आप नैट पर कट के देखा, ठीक है। पर जे इतने नन ऑफ बाबरी ऑप्शन है नहीं तो अपना आंसर सही ही मन्या जाऊगा, ठीक है। इस तो बाद चलते अगले ते अकाल तख्त साहब कितों बनवाया सी? सब तो पहला अकाल तख्त कित्थे बनया सी? ये बनया सी 609 ईस्वी दे विच। 609 ईस्वी दे विच किहने बनाया सी? ये अपने सिखां दे 6वें गुरु श्री गुरु हरगोबिंद सिंह जी ने बनवाया सी ये, ठीक है। दूसरी गल जो हरगोबिंद जी की गल चल पई, हुण आपां इन्हां बारे रिलेटेड थोड़ियां जिहियां गल्लां करांगे। 1644 दे विच तां इन्हां दी जोती जोत समा गई सी, ठीक है। 1595 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਤੇ ਜਦੋਂ ਇਹਨਾਂ ਦਾ ਜਨਮ ਹੋਇਆ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਖੁਸ਼ੀ ਦੇ ਵਿੱਚ ਹਰਗੋਬਿੰਦਪੁਰਾ ਪਿੰਡ ਵਸਾਇਆ ਸੀ, ਠੀਕ ਹੈ। ਇਹ ਗੱਲ ਵੀ ਯਾਦ ਰੱਖਣੀ ਹੈ। ਕੀ ਹੋਇਆ ਸੀ 1604 ਈਸਵੀ ਦੇ ਵਿੱਚ ਜਦੋਂ ਸ਼੍ਰੀ ਗੁਰੂ ਆਦਿ ਗ੍ਰੰਥ ਦੀ ਸਥਾਪਨਾ ਕੀਤੀ ਸੀ ਆਪਣੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ, ਉਸ ਤੋਂ ਬਾਅਦ ਜਹਾਂਗੀਰ ਸੀ ਜਿਹੜਾ ਜਹਾਂਗੀਰ ਸੀ ਉਹ ਟਾਈਮ ਦੇ ਵਿੱਚ ਜਹਾਂਗੀਰ ਨੂੰ ਪਿਰਥੀਆ ਸੀ ਜਿਹੜਾ अर्जन देव जी का भाई, उन्हें जाके उंगल लातियां कि भाई जहांगीर जी कि जो श्री गुरु अर्जन देव जी है ये आपका एक धर्म बना रहे आपू ये पिछे करनगे। तो जहांगीर की उंगल से चढ़ के उन्हें गुरु जी को सद लिया तो 22 मई 1606 को गुरु जी ने उन्होंने गिरफ्तार कर लिया और 28 मई 1606 को इन्होंने गुरु जी को की करता शहीद करता सी अपने को, ठीक है जी। इस तो बाद गद्दी पर बैठे से अपने श्री गुरु हरगोबिंद सिंह जी। तो जोड़ा बंदी छोड़ दिवस मनाया जाता गा, बंदी छोड़ दिवस मनाया जाता गा, वो भी 52 राजा छुड़वा के लियाए सी दुश्मनों की कैद के कौन? श्री गुरु हरगोबिंद जी। तो करके उन्होंने कहा कि आप दिवाली का त्यौहार मनाना गा, अपना जो दिवाली का संबंध है वो अपना बंदी छोड़ दिवस के नाल है। पहली गल तो यही। दूसरी गल जो अपने 6वें पातशाह कहा जाता गा, 6वें पातशाह को ही सच्चे पातशाह कहा जाता। ये गल याद रखो, अद्धियां बुक्स के 10वें पातशाह को कहा गया है, पर 10वें पातशाह नहीं आउणगे, 6वें पातशाह श्री गुरु हरगोबिंद जी आउणगे, ठीक है। इस तो बाद चलते आप अगले ते इन्हां दे विच्चों कहते जिहड़ी अपनी जहलम नदी है, ठीक है जी, जिहड़ी जहलम नदी है उहदा नाम की हैगा, ठीक है। ये दसना आपां ये चो प्रश्न बनते फुल चांस होंदे ने। देखो सब तो पहला हैसीड्रॉस किहड़ी नदी का ग्रीक नाम हैगा? ये हैगा अपनी दा सतलुज का। सतलुज नदी का ग्रीक नाम की हैगा? हैसोड्रेस, ठीक है। तो इस तो बाद आ गया अपने को हाइपासिस किहड़ी नदी का नाम हैगा? ब्यास का। ब्यास का नाम हैगा हाइपोसिस। हाइड्रोटिस किहड़ा? हाइड्रोट्रिस ये किहड़ी नदी का नाम हैगा? ये हैगा रावी नदी का, ठीक है। तो जिहड़ी चनाब इस तो बाद आ गई जहलम नदी। जहलम नदी का नाम की है? इंग्लिश के मैं लिख देना जहलम नदी का नाम हाइडास्पिस, ठीक है। इस तो बाद रहेगी अपनी सतलुज। सतलुज का नाम है अपने सतलुज का नाम भी हो गया ब्यास रावी। इस तो बाद रहेगी अपनी कली जहलम, ठीक है। किहड़ी रहेगी अपनी हुण? सतलुज भी होगी अपनी, ब्यास रावी चनाब रहेगी। चनाब का नाम है अपना एसिन साइंस, ठीक है। ये चनाब नदी का नाम है। हम तुहानूं ट्रिक नाल याद कराउणा गा। देखो हैसीड्रॉस, हैसी तो मतलब यही जी किसी भी नदी की हस्ती नहीं हैगी जिहड़ी हस्ती सतलुज की है, ठीक है। किसी भी नदी की ऐसी हस्ती नहीं हैगी जिहड़ी सतलुज की है। इस तो बाद ठीक है हाइपासिस, ठीक है। सिस की गल की है जिथे भी, ठीक है। सिस तो याद कर लो ब्यास, ठीक है। ब्यास किवें याद करांगे? क्योंकि ब्यास के विचों मगर आस रख लो, गला आस तो याद कर लियो, क्योंकि जिहड़ी सिस हुंदी है उहनूं आस हुंदी है अपने ब्रदर तो, ये चीज़ याद रख लो। इस तो बाद हाइड्रोटिस इहनूं किवें याद करांगे? इहनूं तुसीं सीधी याद कर लो रावी, ठीक है। इस तो बाद आ गया हाइडास्पस। जहलम तो याद कर लो जहर। जो कोई बंदा जहर पी लैंदा लोग उन्होंने कहते कि हाए दस तू किहड़ी जहर पीती सी, ठीक है ना। ये तो याद कर लो हाइडास्पस। तो इस तो बाद आ गया एचनेस। इहदा नाम तो सब तो सौखा है भाई चनाब नदी का, इहदा तुसीं डायरैक्ट ही याद कर लियो, ठीक है।
ਤਾਂ ਇਹ ਸਾਰੇ ਨਾਂ ਦੇਖ ਲਿਓ। ਸਤਲੁਜ, ਸਿਸ ਨੂੰ ਆਸ ਹੈ, ਬਿਆਸ ਹੈ। ਟੈਸ ਹੋ ਗਿਆ ਰਾਵੀ। ਹਾਏ ਦੱਸ ਕਿਹੜੀ ਜ਼ਹਿਰ ਪੀਤੀ ਸੀ, ਜਹਿਲਮ। ਐਸਨਸ। ਠੀਕ ਹੈ, ਇਹ ਯਾਦ ਕਰ ਲਿਓ। ਇਸ ਤੋਂ ਬਾਅਦ ਇਹਦਾ ਸੇਮ ਰਿਪੀਟ ਹੋ ਗਿਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸ ਦੀ ਬਾਣੀ ਸਭ ਤੋਂ ਵੱਧ ਸ਼ਾਮਲ ਹੈ? ਕਿਹੜੇ ਭਗਤ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਧ ਹੈ? ਤਾਂ ਭਗਤ ਕਬੀਰ ਜੀ ਦੀ ਬਾਣੀ ਸਭ ਤੋਂ ਜ਼ਿਆਦਾ ਹੈ ਆਦਿ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਇਸ ਤੋਂ ਬਾਅਦ ਮੀਰੀ ਅਤੇ ਪੀਰੀ ਦੇ ਪ੍ਰਚਾਰਕ ਕੌਣ ਸਨ? ਇਹ ਹਰੇਕ ਬੱਚੇ ਨੂੰ ਪਤਾ ਹੋਊਗਾ। ਮੀਰੀ ਅਤੇ ਪੀਰੀ ਦੇ ਪ੍ਰਚਾਰਕ ਸੀ ਸ਼੍ਰੀ ਗੁਰੂ ਹਰਗੋਬਿੰਦ ਜੀ। ਇਹਨਾਂ ਨੇ 2 ਤਲਵਾਰਾਂ ਪਾਈਆਂ ਸੀ। ਠੀਕ ਹੈ, ਇੱਕ ਮੀਰੀ ਦੀ ਸੀ, ਇੱਕ ਪੀਰੀ ਦੀ ਸੀ। ਇਹਨਾਂ ਨੇ ਇਹਦਾ ਤਲਵਾਰਾਂ ਪਾਉਣ ਦਾ ਮਕਸਦ ਇਹ ਸੀ ਕਿ ਧਰਮ ਅਤੇ ਰਾਜਨੀਤੀ ਕਦੇ ਵੀ ਇਕੱਠੇ ਨਹੀਂ ਹੋ ਸਕਦੇ। ਠੀਕ ਹੈ ਜੀ। ਚਿੱਟਾ ਲਹੂ ਵੈਰੀ 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 ਇੰਪੋਰਟੈਂਟ ਆ। ਇਹ ਨਾਨਕ ਸਿੰਘ ਦੁਆਰਾ ਲਿਖੀ ਗਈ ਸੀ, ਚਿੱਟਾ ਲਹੂ। ਠੀਕ ਹੈ, ਭੁੱਲਣੀ ਨਹੀਂ ਪਈ ਇਹ। ਅਤੇ ਜਿਹੜਾ ਹੈਗਾ ਸ਼ਿਵ ਕੁਮਾਰ ਬਟਾਲਵੀ, ਇਹਨੂੰ ਕਿਹਾ ਜਾਂਦਾ ਹੈਗਾ ਬਿਰਹਾਂ ਦਾ ਕਵੀ। ਬਿਰਹਾਂ ਦਾ ਮਤਲਬ ਹੁੰਦਾ ਦੁੱਖਾਂ ਦਰਦਾਂ ਦਾ ਕਵੀ। ਤੁਹਾਨੂੰ ਦੱਸਿਆ ਸੀ ਇਹ ਕਿਸੇ ਕੁੜੀ ਨੂੰ ਪਿਆਰ ਕਰਦਾ ਸੀ। ਠੀਕ ਹੈ, ਜਿਹਦੇ ਕਰਕੇ ਉਹਦੇ ਨਾਲ ਮੈਰਿਜ ਨਹੀਂ ਹੋ ਸਕੀ। ਤਾਂ ਮੈਰਿਜ ਨਾ ਹੋਣ ਕਰਕੇ ਉਹਦੇ ਦੁੱਖਾਂ ਦੇ ਵਿੱਚ ਇੰਨਾ ਉਹ ਹੋ ਗਿਆ ਕਿ ਇਹਨੇ ਮੁੜ ਕੇ ਮਤਲਬ ਉਹਦੀ ਸਾਰੀ ਜ਼ਿੰਦਗੀ ਉਹਦੀ ਬਿਰਹਾਂ ਦੇ ਵਿੱਚ ਹੀ ਕੱਢੀ ਹੈਗੀ। ਠੀਕ ਹੈ ਜੀ, ਇਹ ਗੱਲ ਯਾਦ ਰੱਖਣੀ ਹੈ। ਇੱਕ ਮੈਨੂੰ ਇਹਦਾ ਬਹੁਤ ਪਸੰਦ ਆ ਸ਼ੇਅਰ, ਉਹ ਤੁਹਾਨੂੰ ਦੱਸਦਾ ਮੈਂ। ਕਹਿੰਦਾ ਲੋਕਾਂ ਮੇਰੇ ਗੀਤ ਸੁਣ ਲਏ, ਮੇਰਾ ਦੁੱਖ ਨਾ ਕਿਸੇ ਨੇ ਜਾਣਿਆ। ਲੱਖਾਂ ਮੇਰੇ ਸੀਸ ਚੁੰਮ ਗਏ, ਪਰ ਮੁਖੜਾ ਨਾ ਕਿਸੇ ਵੀ ਪਛਾਣਿਆ। ਅੱਜ ਇਸ ਮੁਖੜੇ ਤੋਂ ਪਿਆ ਆਪਣਾ ਆਪ ਮੈਂ ਲਕਾਵਾਂ। ਕਵਰਾਂ ਉਡੀਕਦੀਆਂ ਮੈਨੂੰ ਜੋ ਪੁੱਤਰਾਂ ਨੂੰ ਮਾਵਾਂ। ਸਿਖਰ ਦੁਪਹਿਰੇ ਸਿਰ 'ਤੇ ਮੇਰਾ ਢਰ ਚੱਲਿਆ ਪਰਛਾਵਾਂ। ਠੀਕ ਹੈ, ਇਹਦੇ ਤੁਸੀਂ ਸੁਣ ਕੇ ਦੇਖਿਓ, ਇੰਨੇ ਮਤਲਬ ਇਹਦੇ ਸੈਡ ਸੌਂਗ ਚੀਜ਼ਾਂ ਹੈਗੀਆਂ। ਠੀਕ ਹੈ, ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ 'ਤੇ। ਉਹ ਕਿਹੜੀ ਲਿਪੀ ਹੈ ਜਿਸ ਵਿੱਚ ਦਸ਼ਮ ਗ੍ਰੰਥ ਲਿਖਿਆ ਗਿਆ? ਦਸ਼ਮ ਗ੍ਰੰਥ ਲਿਖਿਆ ਗਿਆ ਭਾਈ ਗੁਰਮੁਖੀ ਲਿਪੀ ਦੇ ਵਿੱਚ। ਗੁਰਮੁਖੀ ਲਿਪੀ ਆਪਾਂ ਨੂੰ ਕਿਸ ਨੇ ਦਿੱਤੀ ਸੀ? ਸ਼੍ਰੀ ਗੁਰੂ ਅੰਗਦ ਦੇਵ ਜੀ ਨੇ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਇਹ ਦੁਬਾਰੇ ਰਿਪੀਟ ਹੋ ਗਿਆ ਪ੍ਰਸ਼ਨ ਪੁੱਤਰੋ, ਇਹ ਵੀ ਦੁਬਾਰੇ ਆ ਗਿਆ। ਉਹ ਕਿਹੜੀ ਲਿਪੀ ਹੈ ਜਿਸ ਵਿੱਚ ਇਹ ਦੁਬਾਰੇ ਕਿਵੇਂ ਆਈ ਜਾਂਦੇ ਆ? ਇਸ ਤੋਂ ਬਾਅਦ ਇੱਥੇ ਆ ਜਾਓ। ਪੁਰਾਣੇ ਪੰਜਾਬ ਵਿੱਚ ਸੂਰਜ ਮੰਦਰ, ਠੀਕ ਹੈ, ਕਿੱਥੇ ਸਥਿਤ ਹੈ? ਮਤਲਬ ਪੁਰਾਣਾ ਪੰਜਾਬ ਕਿਹੜਾ ਰਹਿ ਗਿਆ ਇੱਥੇ, ਜਾਂ ਦੱਖਣ ਜਿਹੜੇ ਪੁਰਾਣੇ ਪੰਜਾਬ ਦੇ ਵਿੱਚ ਕਿੱਥੇ ਹੁੰਦਾ ਸੀ ਸੂਰਜ ਮੰਦਰ? ਇਹ ਅੱਜ ਦੇ ਟਾਈਮ ਦੇ ਵਿੱਚ ਪਾਕਿਸਤਾਨ ਦੇ ਮੁਲਤਾਨ ਦੇ ਵਿੱਚ ਰਹਿ ਗਿਆ। ਗੱਲ ਯਾਦ ਰੱਖਣੀ ਹੈ ਕਿ ਵੀ ਪੁੱਛਣਾ ਸੂਰਜ ਮੰਦਰ ਅੱਜ ਦੇ ਟਾਈਮ 'ਚ ਕਿੱਥੇ ਰਹਿ ਗਿਆ? ਇਹ ਮੁਲਤਾਨ ਵਿਖੇ ਰਹਿ ਗਿਆ, ਪਾਕਿਸਤਾਨ ਦੇ ਵਿੱਚ। ਇਸ ਤੋਂ ਬਾਅਦ ਝੂਮਰ ਡਾਂਸ ਕਿੱਥੇ ਮਨਾਇਆ ਜਾਂਦਾ? ਇਹ ਮਨਾਇਆ ਜਾਂਦਾ ਸੰਦਲਵਾਰ ਦੇ ਵਿੱਚ। ਠੀਕ ਹੈ, ਸੰਦਲਵਾਰ ਦੇ ਵਿੱਚ ਮਨਾਇਆ ਜਾਂਦਾ, ਪਾਕਿਸਤਾਨ ਦੇ ਵਿੱਚ ਆਪਣੇ ਨਹੀਂ ਮਨਾਇਆ ਜਾਂਦਾ। ਇਹ ਝੂਮਰ ਡਾਂਸ ਉੱਧਰ ਮਨਾਇਆ ਜਾਂਦਾ ਹੈਗਾ 13ਵੇਂ ਦਾ। ਪੰਜਾਬੀ ਨਿੰਬੂ ਜਾਤੀ ਦੇ ਫਲਾਂ ਦੇ ਉਤਪਾਦਨ ਦੇ ਵਿੱਚ ਜਿਹੜੇ ਨਿੰਬੂ ਜਾਤੀ ਦੇ ਫਲ ਹੈਗੇ, ਖੱਟੇ ਫਲ ਹੈ, ਉਹਨਾਂ ਦੇ ਵਿੱਚ ਪੰਜਾਬ ਕਾਹਦੇ ਵਿੱਚ ਸਭ ਤੋਂ ਅੱਗੇ ਹੈ? ਕਿੰਨੂਆਂ ਦੇ ਵਿੱਚ। ਕਿੰਨੂ ਸਭ ਤੋਂ ਜ਼ਿਆਦਾ ਪੰਜਾਬ 'ਚ ਹੁੰਦੇ ਆ। ਆਪਰੇਸ਼ਨ ਹੜ੍ਹ, ਆਪਰੇਸ਼ਨ ਹੜ੍ਹ ਇੱਥੇ ਗਲਤ ਲਿਖਿਆ ਹੋਇਆ, ਇੱਥੇ ਲਿਖਣਾ ਸੀ ਆਪਰੇਸ਼ਨ ਫਲੱਡ। ਆਪਰੇਸ਼ਨ ਫਲੱਡ ਦਾ ਸੰਬੰਧ ਕਿਹਦੇ ਨਾਲ ਹੈ? ਦੁੱਧ ਉਤਪਾਦਨ ਨਾਲ। ਦੁੱਧ ਦੀ ਕ੍ਰਾਂਤੀ ਆਈ ਸੀ। ਠੀਕ ਹੈ, ਕੌਣ ਲੈ ਕੇ ਆਇਆ ਸੀ ਇਹ ਲੈ ਕੇ ਆਇਆ ਸੀ ਡਾਕਟਰ ਵਰਗੀਸ। ਇਹਨੂੰ ਆਪਾਂ ਵਾਈਟ ਰੈਵੋਲੂਸ਼ਨ ਵੀ ਕਹਿ ਦਿੰਦੇ ਹਾਂ। ਠੀਕ ਹੈ, ਵਾਈਟ ਰੈਵੋਲੂਸ਼ਨ, ਆਪਰੇਸ਼ਨ ਫਲੱਡ, ਡਾਕਟਰ ਵਰਗੀਸ, ਦੁੱਧ ਉਤਪਾਦਨ, ਸਾਰੇ ਇੱਕ ਚੀਜ਼ਾਂ ਨਾਲ ਸੰਬੰਧਿਤ ਹੈ। ਇਸ ਤੋਂ ਬਾਅਦ ਸਿੰਧ ਦੇ ਪਹਾੜੀ ਖੇਤਰਾਂ ਨੂੰ ਪੁਰਾਣ ਕਾਲ ਵਿੱਚ ਕੀ ਕਿਹਾ ਜਾਂਦਾ? ਸਿੰਧੂ ਨਦੀ ਦੇ ਮਤਲਬ ਆ ਕਿਸੇ ਬੱਚੇ ਦਾ ਮੈਸੇਜ ਆਈ ਜਾਂਦਾ, ਦੇਖੋ। ਸਿੰਧੂ ਦੇ ਪਹਾੜੀ ਖੇਤਰ ਨੂੰ ਪੁਰਾਣੇ ਕਾਲ ਦੇ ਵਿੱਚ ਕੀ ਕਿਹਾ ਜਾਂਦਾ? ਗੰਧਾਰ। ਸਿੰਧੂ ਦੇ ਪਹਾੜੀ ਖੇਤਰ ਨੂੰ ਪੁਰਾਣੇ ਸਮੇਂ ਵਿੱਚ ਕੀ ਕਿਹਾ ਜਾਂਦਾ ਸੀ? ਗੰਧਾਰ ਕਿਹਾ ਜਾਂਦਾ ਸੀ। ਗੱਲ ਯਾਦ ਰੱਖਣੀ ਹੈ। ਗੰਧਾਰ ਸ਼ੈਲੀ ਦੀਆਂ ਕਲਾਕ੍ਰਿਤੀਆਂ ਕਿੱਥੇ ਸੁਰੱਖਿਅਤ ਹਨ? ਜਿਹੜੀਆਂ ਗੰਧਾਰ ਸ਼ੈਲੀ ਦੀਆਂ ਕਲਾ ਦੀਆਂ ਕਿੱਥੇ ਹੈ? ਇਹ ਚੰਡੀਗੜ੍ਹ ਦੇ ਵਿੱਚ ਸਥਿਤ ਹੈ। ਓਕੇ, ਚੰਡੀਗੜ੍ਹ ਕਿਦੋਂ ਬਣਿਆ ਸੀ? 1952 ਦੇ ਵਿੱਚ ਪੰਜਾਬ ਦੀ ਰਾਜਧਾਨੀ ਬਣਾਇਆ ਸੀ, ਲੀ ਕੋਬਜ਼ਰ ਨੇ ਬਣਾਇਆ ਸੀ। ਠੀਕ ਹੈ, ਅਤੇ ਕਿੱਥੋਂ ਦਾ ਸੀ ਇਹ? ਫਰੈਂਚ ਸੀ ਇਹ। ਠੀਕ ਹੈ, ਬਹੁਤ ਵਧੀਆ ਆਰਕੀਟੈਕਚਰ ਸੀ ਇਹ। ਚੰਡੀਗੜ੍ਹ ਦੀ ਇਹਨੇ ਉਹ ਕਰੀ ਸੀ ਕਿ ਐਂ ਬਣੂਗਾ। ਛੱਤਵੀਰ ਜੀਵ ਵਿਗਿਆਨ ਪਾਰਕ ਕਿੱਥੇ ਸਥਿਤ ਹੈ? ਤਾਂ ਹਰੇਕ ਬੱਚੇ ਨੂੰ ਪਤਾ ਹੋ, ਮੋਹਾਲੀ ਦੇ ਵਿੱਚ ਹੈ। ਤਾਂ ਪੰਜਾਬ ਦੀਆਂ ਚਾਰੇ ਦੀਆਂ ਫਸਲਾਂ ਕਿਹੜੀਆਂ ਹਨ? ਚਾਰਾ, ਬਾਜਰਾ ਅਤੇ ਜਵਾਰ। ਠੀਕ ਹੈ, ਚਾਰੇ ਦੀਆਂ ਫਸਲਾਂ ਹੈਗੀਆਂ, ਚਾਰੇ ਤੌਰ 'ਤੇ ਵਰਤਦੇ ਜਿਹੜੇ ਆਪਾਂ ਇਹਨਾਂ ਨੂੰ। ਇਸ ਤੋਂ ਬਾਅਦ ਅਗਲਾ, ਕਿਹੜੀ ਨਦੀ ਮਾਲਵਾ ਖੇਤਰ ਵਿੱਚੋਂ ਲੰਘਦੀ ਹੈ? ਆਪਾਂ ਦੇਖਿਆ, ਦੇਖੋ, ਬਿਆਸ। ਦੁਆਬਾ ਖੇਤਰ ਜਿਹੜਾ ਉਹ ਕਿਹੜਾ ਖੇਤਰ ਹੈ? ਦੁਆਬਾ, ਬਿਆਸ ਅਤੇ ਸਤਲੁਜ ਦੇ ਵਿਚਕਾਰਲੇ ਖੇਤਰ ਨੂੰ ਆਪਾਂ ਕੀ ਕਹਿੰਦੇ ਆ?
ਦੁਆਬਾ ਕਹਿੰਦੇ ਆ। ਠੀਕ ਹੈ, ਰਾਵੀ ਤੇ ਬਿਆਸ ਦੇ ਵਿਚਕਾਰਲੇ ਖੇਤਰ ਨੂੰ ਆਪਾਂ ਕੀ ਕਹਿੰਦੇ ਆ? ਮਾਝਾ ਕਹਿੰਦੇ ਆ। ਤੇ ਸਤਲੁਜ ਦੇ ਹੇਠਲੇ ਇਲਾਕੇ ਨੂੰ ਕੀ ਕਹਿੰਦੇ ਆ ਆਪਾਂ? ਮਾਲਵਾ ਕਹਿੰਦੇ ਆ। ਤਾਂ ਇਹਨਾਂ ਨੇ ਇਹ ਪੁੱਛਿਆ ਕਿ ਮਾਲਵਾ ਦੇ ਖੇਤਰ ਵਿੱਚ ਕਿਹੜੀ ਨਦੀ ਲੰਘਦੀ ਹੈ? ਤਾਂ ਸਤਲੁਜ ਹੀ ਲੰਘੂਗੀ। ਠੀਕ ਹੈ, ਆਹ ਚੀਜ਼ ਵੀ ਯਾਦ ਕਰ ਲਿਓ ਨਾਲ ਨਾਲ। ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ। ਸਰਹੰਦ ਨਹਿਰ ਕਿਸ ਨਾਲ ਜੁੜੀ ਹੋਈ ਹੈ? ਸਰਹੰਦ ਨਹਿਰ ਇਹ ਤਾਂ ਹਰੇਕ ਬੱਚੇ ਨੂੰ ਪਤਾ ਕਿ ਸਤਲੁਜ ਨਾਲ ਜੁੜੀ ਹੋਈ ਹੈ ਭਾਈ ਸਰਹੰਦ ਨਹਿਰ। ਠੀਕ ਹੈ, ਇਹਦੇ ਵਿੱਚੋਂ ਨਿਕਲਦੀ ਹੈ ਇਹ। ਕਿਹੜੇ ਜ਼ਿਲ੍ਹਿਆਂ ਵਿੱਚ ਚੌਸ ਸਥਿਤ ਹੈ? ਵੈਰੀ 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 ਇੰਪੋਰਟੈਂਟ। ਹੁਸ਼ਿਆਰਪੁਰ ਦੇ ਵਿੱਚ ਚੌਸ ਸਥਿਤ ਹੈ ਭਾਈ। ਦੂਸਰੇ ਇੱਕ ਗੱਲ ਹੋਰ ਆਦਾ ਉੱਥੇ ਹੁਸ਼ਿਆਰਪੁਰ ਬਾਰੇ, ਸਭ ਤੋਂ ਜ਼ਿਆਦਾ ਜਿਹੜਾ ਲਿਟਰੇਸੀ ਰੇਟ ਹੈਗਾ, ਲਿਟਰੇਸੀ ਰੇਟ ਦਾ ਮਤਲਬ ਕਿ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕ ਵੀ ਹੁਸ਼ਿਆਰਪੁਰ ਦੇ ਵਿੱਚ ਹੀ ਹੈਗੇ। ਠੀਕ ਹੈ ਜੀ, ਸਭ ਤੋਂ ਵੱਧ ਚੌਸ ਹੁਸ਼ਿਆਰਪੁਰ ਦੇ ਵਿੱਚ, ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕ ਵੀ ਹੁਸ਼ਿਆਰਪੁਰ ਦੇ ਵਿੱਚ ਹੈ। ਹੁਣ ਮੈਨੂੰ ਤੁਸੀਂ ਇਹ ਦੱਸ ਦਿਓ ਕਿ ਸਭ ਤੋਂ ਜ਼ਿਆਦਾ ਜੰਗਲ ਕਿੱਥੇ ਹੈ? ਇਹ ਤੁਸੀਂ ਦੱਸਣਾ। ਸਭ ਤੋਂ ਜ਼ਿਆਦਾ ਜੰਗਲ ਕਿੱਥੇ ਹੈ? ਫੋਰੈਸਟ ਏਰੀਆ ਕਿੱਥੇ ਹੈ ਸਭ ਤੋਂ ਜ਼ਿਆਦਾ? ਇਹ ਵੀ ਤੁਸੀਂ ਦੱਸਣਾ। ਹੁਣ ਪੰਜਾਬ ਦੇ ਦੁਆਬ ਖੇਤਰ ਵਿੱਚ ਕਿਸ ਕਿਸਮ ਦੀ ਮਿੱਟੀ ਮਿਲਦੀ ਹੈ? ਇੱਥੇ ਮਿਲਦੀ ਹੈ ਭਾਈ ਸਭ ਤੋਂ ਜ਼ਿਆਦਾ ਜਲੋੜ ਮਿੱਟੀ। ਠੀਕ ਹੈ, ਤੇ ਜਲ ਭੂਮੀ ਲਾਊਗਾ ਤੇ ਜਲੋੜ ਮਿੱਟੀ ਆਊਗਾ, ਉਹ ਲਿਖ ਲਿਓ। ਇਸ ਤੋਂ ਬਾਅਦ 24ਵਾਂ, ਪੰਜਾਬ ਦੇ ਵਿੱਚ ਸ਼ੁੱਧ ਬੀਜਿਆ ਖੇਤਰ ਕਿੰਨਾ ਹੈ? ਮਤਲਬ ਆਪਣੇ ਪੰਜਾਬ ਦੇ ਵਿੱਚ ਜਿੱਥੇ ਆਪਾਂ ਮਤਲਬ ਸਾਰਾ ਪੰਜਾਬ ਆਪਣਾ, ਇਹਦੇ ਵਿੱਚ ਕਿੰਨੇ ਖੇਤਰ ਦੇ ਵਿੱਚ ਆਪਾਂ ਖੇਤੀ ਕਰਦੇ ਹਾਂ? 83 ਦੇ ਵਿੱਚ ਆਪਾਂ ਖੇਤੀ ਕਰਦੇ ਹਾਂ। ਠੀਕ ਹੈ, ਬਾਕੀ 17 ਦੇ ਵਿੱਚੋਂ ਅੱਧੇ 'ਚ ਜੰਗਲ, ਕੁਛ ਜੰਗਲ ਜੁੰਗਲ ਆ ਜਾਂਦੇ, ਬਾਕੀ ਹੋਰ ਏਰੀਆ ਆ ਜਾਂਦਾ ਗਾ। ਠੀਕ ਹੈ, ਭਾਖੜਾ ਡੈਮ ਕਿਸ ਨਦੀ 'ਤੇ ਬਣਿਆ ਹੋਇਆ? ਇਹ ਤਾਂ ਸਾਰਿਆਂ ਨੂੰ ਪਤਾ ਹੋਊਗਾ ਭਾਈ, ਸਤਲੁਜ ਨਦੀ ਦੇ ਕਿਨਾਰੇ 'ਤੇ, ਸਤਲੁਜ ਨਦੀ ਦੇ ਉੱਪਰ ਬਣਿਆ ਹੋਇਆ ਭਾਖੜਾ ਡੈਮ। ਅਤੇ ਇੱਕ ਗੱਲ ਹੋਰ ਰੱਖ ਲਿਆ, ਜਿਹੜਾ ਭਾਖੜਾ ਡੈਮ ਆ ਸਤਲੁਜ 'ਤੇ ਬਣਿਆ ਹੋਇਆ, ਇਹਦੇ ਪਿਛਲੇ ਪਾਸੇ ਇੱਕ ਝੀਲ ਵੀ ਹੈ। ਉਹ ਝੀਲ ਦਾ ਨਾਂ ਹੈਗਾ ਗੋਬਿੰਦ ਸਾਗਰ ਝੀਲ। ਇਹ 'ਚ ਵੀ ਪ੍ਰਸ਼ਨ ਕਈ ਵਾਰੀ ਪੁੱਛਿਆ ਜਾਂਦਾ ਪੇਪਰ ਦੇ ਵਿੱਚ, ਇਹ ਗੱਲ ਵੀ ਯਾਦ ਰੱਖਣੀ ਹੈ। ਇਸ ਤੋਂ ਬਾਅਦ ਅਗਲਾ, ਸਤਲੁਜ ਦੇ ਬਿਆਸ ਦਾ ਸੰਗਮ ਕਿੱਥੇ ਹੁੰਦਾ ਹੈ? ਸਤਲੁਜ ਦੇ ਬਿਆਸ ਕਿੱਥੇ ਮਿਲਦੇ? ਇਹ ਮਿਲਦੇ ਆ ਹਰੀਕੇ ਪੱਤਨ। ਠੀਕ ਹੈ, ਬਚਿੱਤਰ ਨਾਟਕ, ਇਹ ਹਰੇਕ ਬੱਚੇ ਨੂੰ ਪਤਾ ਹੋਣਾ ਚਾਹੀਦਾ। ਬਚਿੱਤਰ ਨਾਟਕ ਕਿਹਦੀ ਰਚਨਾ ਹੈਗਾ? ਸ਼੍ਰੀ ਗੁਰੂ ਗੋਬਿੰਦ ਜੀ ਦੀ ਰਚਨਾ ਹੈਗੀ। ਅਤੇ ਇਹਨੇ ਦੋ ਰਚਨਾਵਾਂ ਬਹੁਤ ਮਸ਼ਹੂਰ ਆ, ਬਚਿੱਤਰ ਨਾਟਕ, ਇੱਕ ਚੰਡੀ ਦੀ ਵਾਰ। ਜਿਹੜੀ ਚੰਡੀ ਦੀ ਵਾਰ ਹੈਗੀ, ਠੀਕ ਹੈ, ਇਹ ਪੁੱਛ ਲੈਂਦੇ ਇਹ 'ਚ ਕਿਹੜਾ ਰਸ ਹੈ? ਇਹਦੇ 'ਚ ਵੀਰ ਰਸ ਹੈਗਾ। ਵੀਰ ਰਸ ਉਹ ਹੁੰਦਾ ਜਿਹਦੇ ਵਿੱਚ ਯੋਧਿਆਂ ਦੀ ਲੜਾਈਆਂ ਦੀਆਂ ਕਥਾਵਾਂ ਹੁੰਦੀਆਂ, ਉਹ ਵੀਰ ਰਸ ਨਾਲ ਭਰਪੂਰ ਕਹਿ ਦਿੰਦੇ ਆ। ਠੀਕ ਹੈ, ਤਰਨ ਤਾਰਨ ਸ਼ਹਿਰ ਕਿਸ ਨੇ ਵਸਾਇਆ ਸੀ? ਇਹ ਵਸਾਇਆ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ। ਇਹ ਗੱਲ ਵੀ ਯਾਦ ਰੱਖਣੀ ਹੈ। ਕਿਹੜੇ ਗੁਰੂ ਨੂੰ ਹਿੰਦਰੀ ਚਾਦਰ ਕਿਹਾ ਜਾਂਦਾ ਹੈਗਾ? ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦਰੀ ਚਾਦਰ ਕਿਹਾ ਜਾਂਦਾ। ਇਹ ਗੱਲ ਯਾਦ ਰੱਖਣੀ ਹੈ। ਕਿਸ ਗੁਰੂ ਨੇ ਆਦਿ ਗ੍ਰੰਥ ਲਿਖਿਆ ਸੀ? ਤਾਂ ਇਹ ਲਿਖਿਆ ਸੀ ਭਾਈ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਸੀ। ਸਿੱਖਾਂ ਦੇ 5ਵੇਂ ਗੁਰੂ ਸੀ ਜਿਹੜੇ, ਉਹਨਾਂ ਨੇ ਲਿਖਿਆ ਸੀ ਆਦਿ ਗ੍ਰੰਥ। ਠੀਕ ਹੈ, 1604 ਈਸਵੀ ਦੇ ਵਿੱਚ ਇਹਨੇ ਸੰਪਾਦਨ ਕੀਤਾ ਸੀ। ਤਾਂ ਕਿਸ ਨੇ ਭੰਗੀ ਮਿਸਲ, ਭੰਗੀ ਮਿਸਲ ਨਾਲ ਕਿਹੜਾ ਸੰਬੰਧਿਤ ਹੈ? ਹਰੀ ਸਿੰਘ। ਇਹ ਬਹੁਤ ਇੰਪੋਰਟੈਂਟ ਹੈ। ਜਿਹੜਾ ਹਰੀ ਸਿੰਘ ਹੈ ਭੰਗੀ ਮਿਸਲ ਨਾਲ ਸੰਬੰਧਿਤ ਸੀ। ਇਸ ਤੋਂ ਬਾਅਦ ਕਿਸ ਮੇਲੇ 'ਤੇ ਗਧਿਆਂ ਦੀ ਪੂਜਾ ਕੀਤੀ ਜਾਂਦੀ ਹੈ? ਜਰਗ ਦੇ ਮੇਲੇ 'ਤੇ ਭਾਈ ਗਧਿਆਂ ਦੀ ਪੂਜਾ ਕੀਤੀ ਜਾਂਦੀ ਹੈ। ਇਹ ਗੱਲ ਯਾਦ ਰੱਖਣੀ ਹੈ ਤੁਸੀਂ। ਠੀਕ ਹੈ, ਲੁਧਿਆਣਾ ਜ਼ਿਲ੍ਹੇ 'ਚ ਲੱਗਦਾ ਮੇਲਾ ਇਹ। ਕਿਹੜਾ ਨਾਚ ਸਿਰਫ ਔਰਤਾਂ ਵਾਸਤੇ ਹੁੰਦਾ ਹੈ? ਇਹ ਤੋਂ ਮਿਸਟੇਕ ਹੋਈ ਵੀ ਹੈ। ਕਿਹੜਾ ਨਾਚ ਹੈ ਜਿਹੜਾ ਸਿਰਫ ਅਤੇ ਸਿਰਫ ਔਰਤਾਂ ਵਾਸਤੇ ਹੁੰਦਾ ਹੈ? ਇਹ ਹੁੰਦਾ ਸੰਮੀ। ਦੇਖੋ, ਲੁੱਡੀ ਦਾ ਆਪਾਂ ਉਦੋਂ ਪਾਉਂਦੇ ਹਾਂ ਜਦੋਂ ਖੁਸ਼ੀ ਦਾ ਟਾਈਮ ਹੁੰਦਾ, ਕੋਈ ਮੈਚ ਕੋਈ ਜਿੱਤਦਾ ਜਾਂ ਕੋਈ ਖੁਸ਼ੀ ਦਾ ਟਾਈਮ ਹੁੰਦਾ। ਇਹ ਬੰਦੇ ਹੀ ਪਾ ਸਕਦੇ, ਬੁੜੀਆਂ ਹੀ ਪਾ ਸਕਦੇ, ਪਰ ਸੰਮੀ ਸਿਰਫ ਔਰਤਾਂ ਦਾ ਨਾਚ ਹੈਗਾ। ਗੁਰੂ ਨਾਨਕ ਦੇਵ ਜੀ ਦਾ ਬਾਲਹੁੱਡ ਨਾਮ ਕੀ ਸੀ? ਬਾਲਹੁੱਡ ਨੂੰ ਆਪਾਂ ਕਹਿੰਦੇ ਨੇ ਚਾਈਲਡਹੁੱਡ ਨਾਮ। ਚਾਈਲਡਹੁੱਡ ਨੂੰ ਕਹਿੰਦੇ ਨੇ ਬਚਪਨ ਦਾ ਨਾਮ ਕੀ ਸੀ? ਇਸ ਨੂੰ ਪਹਿਲੀ ਦੱਸ ਗਿਆ ਸੀ ਭਾਈ ਜੇਠਾ ਜੀ। ਅਤੇ ਭਾਈ ਅੰਗਦ ਜੀ ਦਾ, ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਮ ਕੀ ਸੀ? ਭਾਈ ਲਹਿਣਾ ਜੀ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਮੁੱਢਲਾ ਨਾਮ ਕੀ ਸੀ? ਤਿਆਗ ਮੱਲ। ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੁੱਢਲਾ ਨਾਮ ਕੀ ਸੀ? ਗੋਬਿੰਦ ਰਾਏ। ਚੱਲਦੇ ਆਪਾਂ ਅਗਲੇ 'ਤੇ। ਇਹ ਪ੍ਰਸ਼ਨ ਦੁਬਾਰਾ ਰਿਪੀਟ ਹੋ ਗਿਆ। ਕਿਸ ਨੇ ਲਿਖੀ ਸੀ ਦਿੱਲੀ ਦੀਆਂ ਗਲੀਆਂ? ਦਿੱਲੀ ਦੀਆਂ ਗਲੀਆਂ ਕਿਸ ਨੇ ਲਿਖੀ ਸੀ? ਇਹ ਲਿਖੀ ਸੀ ਭਾਈ ਅੰਮ੍ਰਿਤਾ ਪ੍ਰੀਤਮ ਨੇ। ਸਨੇਹੀ ਵੀ ਇਸ ਦੀ ਰਚਨਾ ਹੈਗੀ। ਠੀਕ ਹੈ, ਕਾਗਜ਼ ਦੇ ਕੈਨਵਸ, ਇਹ ਵੀ ਅੰਮ੍ਰਿਤਾ ਪ੍ਰੀਤਮ ਦੀ ਰਚਨਾ। ਠੀਕ ਹੈ, ਦਿੱਲੀ ਦੀਆਂ ਗਲੀਆਂ, ਸਨੇਹੀ, ਕਾਗਜ਼ ਦੇ ਕੈਨਵਸ, ਬਹੁਤ ਇੰਪੋਰਟੈਂਟ ਹੈ ਇਹ। ਅੰਮ੍ਰਿਤਾ ਪ੍ਰੀਤਮ ਦੀਆਂ ਰਚਨਾਵਾਂ ਸਾਰੀਆਂ ਇਹ। ਇਸ ਤੋਂ ਬਾਅਦ ਅੱਗੇ, ਜਿਹੜਾ ਗੁੱਗਾ ਨੌਮੀ ਦਾ ਤਿਉਹਾਰ ਕਿਸ ਮਹੀਨੇ ਮਨਾਇਆ ਜਾਂਦਾ? ਗੁੱਗਾ ਨੌਮੀ ਦਾ ਤਿਉਹਾਰ ਮਨਾਇਆ ਜਾਂਦਾ ਫੱਗਣ ਦੇ ਮਹੀਨੇ ਭਾਈ।
ठीक है। तो होला महल्ला कित्थे मनाया जाता? होला महल्ला मनाया जाता आनंदपुर साहिब। इस तो बाद अगे बसंत पंचमी। बसंत पंचमी का त्यौहार किस महीने मनाया जाता है? बसंत पंचमी जो आप जहा उडाने होंगे पतंग, तो यह मनाया जाता है माघ दे विच। ठीक है। बसंत पंचमी तुम ये याद कर लो, अद्धे बच्चे कहते साढ़े ये चीज़ां याद नहीं होंदियां, माघ फग्गण दे तुम याद कर लो। बसंत पंचमी में लोग की चढ़ाते पतंग चढ़ाते हैं, तो किन्ने लोग मरदे मरदे बचते हैं। ठीक है। तो मम्मे तो मरदे तो मम्मे तो माघ याद कर लो। ठीक है। सी नंबर ऑप्शन। आधुनिक भारत का आधुनिक पंजाबी ਸਾਹਿਤ ਦਾ ਫਾਊਂਡਰ ਕਿਹਨੂੰ ਕਿਹਾ ਜਾਂਦਾ ਹੈਗਾ? ਆਧੁਨਿਕ ਪੰਜਾਬੀ ਸਾਹਿਤ, ਮਾਡਰਨ ਪੰਜਾਬੀ ਲਿਟਰੇਚਰ ਹੈ ਜਿਹੜਾ ਆਪਣਾ, ਇਹਦਾ ਕਿਹਨੂੰ ਕਿਹਾ ਜਾਂਦਾ? ਇਹ ਕਿਹਾ ਜਾਂਦਾ ਭਾਈ ਵੀਰ ਸਿੰਘ ਨੂੰ। किस ने दुर्गियाना मंदिर की नींह रखी सी? जो दुर्गियाना मंदिर है अपना, यदी नींह रखी सी मदन मोहन मालवीया। ठीक है, गल याद रखनी है। पंडित जवाहर लाल नेहरू अपना पहला प्रधानमंत्री सी। लाला लाजपत राय 1928 के शहीद हो गए सी, ते साडरस ने इन्होंने शहीद करता सी लाठियां मार के, क्योंकि ये जिहड़ा साइमन कमीशन सी उहदा विरोध कर रहे सी। साइमन कमीशन नूं ही वाइटमैन कमीशन कहा जाता है। ये जलियांवाले बाग की घटना का जायजा लैण आए सी। ਇਹਦਾ ਵਿਦਰੋਹ ਤਾਂ ਕੀਤਾ ਸੀ क्योंकि ਇਹ ਜਿਹੜੀ ਕਮੇਟੀ ਸੀ ਇਹਦੇ ਵਿੱਚ ਸਾਰੇ ਦੇ ਸਾਰੇ ਅੰਗਰੇਜ਼ ਸਨ, ਕੋਈ ਵੀ ਇਹਦੇ 'ਚ ਭਾਰਤੀ ਨਹੀਂ ਸੀ। ਤਾਂ ਕਰਕੇ ਇਹਨਾਂ ਨੇ ਨਾਅਰਾ ਲਾਇਆ ਸੀ, ਲਾਹੌਰ ਦੇ ਸਟੇਸ਼ਨ 'ਤੇ ਉਤਰਿਆ ਸੀ ਬੈਟਮੈਨ ਕਮਿਸ਼ਨ। ਇਹਨਾਂ ਨੇ ਨਾਅਰਾ ਲਾਇਆ ਸੀ ਕਿ ਵਾਪਸ ਮੁੜੋ। ਤਾਂ ਉਹਨਾਂ ਨੇ ਲਾਠੀ ਮਾਰ ਕੇ ਸਾਡਰਸ ਸ਼ਹੀਦ ਕਰਤਾ ਸੀ। ਸਾਡਰਸ ਨੂੰ ਮਾਰ ਕੇ ਭਗਤ ਸਿੰਘ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲਿੱਤਾ ਸੀ। ਠੀਕ ਹੈ। ਗੋਪਾਲ ਕ੍ਰਿਸ਼ਨ ਗੋਖਲੇ ਇਹ ਗਾਂਧੀ ਜੀ ਦੇ ਪੋਲੀਟੀਕਲ ਗੁਰੂ ਸਨ, ਇਹ ਗੱਲ ਯਾਦ ਰੱਖਣੀ ਹੈ, ਮਹਾਤਮਾ ਗਾਂਧੀ ਦੇ। ਪੰਜਾਬ ਦਾ ਲਿਟਰੇਸੀ ਰੇਟ ਕਿੰਨਾ ਗਾ? साक्षरता दर पर लिटरेसी किन्ने पढ़े लिखे लोग है, सारी रेशो किन्नी है 76.7। लिंग अनुपात किन्ना पंजाब दे विच? 893। ये हुंदा 1000 मगर 893। कहना मतलब कि पंजाब दे विच 1000 मुंडियां मगर 893 कुड़ियां हैगियां। ठीक है, ये गल याद रखनी है। सरपेश की है? सरपेश की है? पग दे अगे पहनया जाने वाला एक गहना है सरपेश। चनाब का पुराना नाम की है? अस्किनी। चनाब का वो पहले जो करके गए वो है ग्रीक नेम, इन्होंने पुराने नेम है। ठीक है। इंसीडेंट नेम है। इंसीडेंट नेम तो ग्रीक नेम के बहुत फर्क होंगे। इंसीडेंट नेम तो होंगे पुराने नाम, ग्रीक नेम होंगे कि जोड़े ग्रीक भाषा के होंगे। तो चनाब अस्किनी इनू किवें याद करोगे? आपरे चन्न नूं देख के हरेक औरत की लाउंदी है? स्किनी लाउंदी है। ये गल याद रख लो, चनाब नूं अस्किनी। लाहौर विखे 1848 के सिख बगावत की अगवाई कौन कर रहा सी? तो यह कर रहा सी छतर सिंह अटारी वाला सी, जिहड़ा 1848 के सिख बगावत की अगवाई कर रहा सी। 1849 के लाहौर जी द्वारा पंजाब नूं अंग्रेज़ां ने अपने राज दे विच मिला लिया सी। ये गल भी याद रखनी है। जिसनूं लाहौर की संधि द्वारा पंजाब राज का रीजेंट बनाया गया। लाहौर की संधि द्वारा राणी जिंदाल सी जिहड़ी उहनूं पंजाब का राज का रीजेंट लाया गया सी। ठीक है, ये गल याद रखनी है पुत्रो। इस तो बाद किहड़ी लहर नामधारी मिशन वजों जानी जाती है? कूका लहर। कूका लहर नामधारी लहर वजों जानी जाती है। ठीक है, ये गल याद रखनी है। कूका लहर का फाउंडर कौन सी? बाबा बालक सिंह। जे सक्सैसर पुछ लिया तो सक्सैसर हैगा सी बाबा राम सिंह। इस तो बाद खिलाफत मूवमेंट ये अली बरादर ने शुरू की सी, शौकत अली ते मुहम्मद अली, क्योंकि अंग्रेज़ों ने खलीफा की उपाधि खत्म करती सी, उहदे विद्रोह दे विच इन्हां ने खिलाफत मूवमेंट चलाई सी। ठीक है, ये गल याद रखनी है। कूका लहर के मुखी कौन सन? आ देखो ये बच्चे इन्होंने मुखी गल की है। प्रश्न बहुत गलतियां होंदियां प्रश्न के। देखो दो चीज़ां दे विच कूका लहर का मुखी कौन सी? असल दे विच जिहड़ा फाउंडर सी जिहड़ा कूका लहर का वो हैगा सी बाबा बालक सिंह, ते सक्सैसर कौन सी? बाबा राम सिंह। इत्थे तुसीं नोट करो कि इत्थे इन्होंने राम सिंह बालक सिंह कितने दिखाई दे रहा, तो आपां टिक लावांगे राम सिंह ते। जे इत्थे पुछना ने मुखी कौन सी तो मुखी फिर आपां लाउंदे बाबा बालक सिंह, जिथे ऑप्शनां च पिया हुंदा। ये गल याद रखनी है। पंजाबी साहित्य अकैडमी कित्थे है? न्यू दिल्ली दे विच है। एक कोनकानी अकैडमी पुछ लैण तो ये भी कित्थे है? नवी दिल्ली दे विच हैगी। ते एक पुछ लैण तामल अकैडमी, कोनकानी, पंजाबी लिटरेचर अकैडमी। ठीक है, सारियां कित्थे? न्यू दिल्ली दे विच। गल याद रखनी है।
ਗੁਰੂਆਂ ਵੱਲੋਂ ਕਿਹੜਾ ਮਸੰਦ ਪ੍ਰਣਾਲੀ ਪੇਸ਼ ਕਰਦਾ ਹੈ? ਮਸੰਦ ਪ੍ਰਣਾਲੀ। ਦੇਖੋ ਇਹ ਆਪਰੇਸ਼ਨ ਦੇ ਵਿੱਚ ਭਾਈ ਰੌਲਾ ਪੂਰਾ ਗਾ, ਕਿਉਂਕਿ ਇਹ ਪਟਵਾਰੀਆਂ ਦੇ ਵਿੱਚ ਵੀ ਆਪਰੇਸ਼ਨ 'ਤੇ ਮੁੱਦਾ ਬਹੁਤ ਚੱਲਿਆ ਸੀ। ਜਿਹੜੀ ਮਸੰਦ ਪ੍ਰਥਾ ਸੀ, ਠੀਕ ਹੈ, ਮਸੰਦ ਪ੍ਰਥਾ ਸ਼੍ਰੀ ਗੁਰੂ ਰਾਮਦਾਸ ਜੀ ਨੇ ਚਲਾਈ ਸੀ। NCERT ਦੀਆਂ ਬੁੱਕਾਂ ਦੇ ਵਿੱਚ ਮਸੰਦ ਪ੍ਰਥਾ ਰਾਮਦਾਸ ਜੀ ਨੇ ਚਲਾਈ ਸੀ, ਤਾਂ ਕਰਕੇ ਇਹਦਾ ਆਨਸਰ ਰਾਮ ਜੀ, ਕਿੱਥੇ ਮਸੰਦ ਪ੍ਰਥਾ ਹੈਗਾ ਉਹਦਾ ਆਨਸਰ ਤੁਸੀਂ ਰਾਮਦਾਸ ਜੀ ਲਾ ਕੇ ਆਉਣਾ ਗਾ, ਠੀਕ ਹੈ। ਬ੍ਰਿਸ਼ਟ ਸ਼ਾਸਨ ਪੰਜਾਬ ਦਾ ਏਕੀਕਰਨ ਕਦੋਂ ਹੋਇਆ? ਕਹਿੰਦਾ ਮਤਲਬ ਬ੍ਰਿਸ਼ਟ ਸ਼ਾਸਨ ਦੇ ਵਿੱਚ ਪੰਜਾਬ ਨੂੰ ਕਦੋਂ ਮਿਲਾ ਲਿਆ ਗਿਆ? 1849 ਈਸਵੀ ਦੇ ਵਿੱਚ। ਦੁਬਾਰੇ ਆ ਗਿਆ। ਇਸ ਤੋਂ ਬਾਅਦ ਆਪਰੇਸ਼ਨ ਬਹੁਤ ਇੰਪੋਰਟੈਂਟ ਹੈ। ਫਤਿਹ ਬੁਰਜ, ਵਿਕਟਰੀ ਟਾਵਰ ਦੀ ਗੱਲ ਕਰ ਰਹੇ ਨੇ, ਜੋ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਬਣਾਇਆ ਗਿਆ, ਕਿਸ ਸ਼ਹਿਰ ਦੇ ਵਿੱਚ? ਮੋਹਾਲੀ ਦੇ ਵਿੱਚ। ਵਿਕਟਰੀ ਟਾਵਰ ਦੀ ਗੱਲ ਕਰ ਰਹੇ ਨੇ, ਠੀਕ ਹੈ, ਮੋਹਾਲੀ ਦੇ ਵਿੱਚ। ਇਸ ਤੋਂ ਬਾਅਦ ਜਿਹੜਾ ਗਿਆਨਪੀਠ ਹੈ, ਇੱਥੇ ਜਨਨਪੀਠ ਨਹੀਂ ਆਊਗਾ ਪੁੱਤਰੋ, ਇੱਥੇ ਆਊਗਾ ਗਿਆਨਪੀਠ। ਗਿਆਨਪੀਠ ਪੁਰਸਕਾਰ ਪ੍ਰਾਪਤ ਕਰਨ ਵਾਲਾ ਪਹਿਲਾ ਪੰਜਾਬੀ ਨਾਵਲਕਾਰ ਕੌਣ ਹੈ? ਸੀਨੀਅਰ ਗੁਰਦਿਆਲ ਸਿੰਘ, ਠੀਕ ਹੈ। ਇਸ ਤੋਂ ਬਾਅਦ ਅੱਗੇ, ਹੇਠ ਲਿਖੀ ਮਿੱਟੀ ਦੀ ਕਿਹੜੀ ਕਿਸਮ ਪੰਜਾਬ ਦੇ ਵਿੱਚ ਨਹੀਂ ਪਾਈ ਜਾਂਦੀ? ਤਾਂ ਪੰਜਾਬ ਦੇ ਵਿੱਚ ਭਾਈ ਕਾਲੀ ਮਿੱਟੀ ਨਹੀਂ ਪਾਈ ਜਾਂਦੀ। ਸਾਨੂੰ ਮੈਂ ਬਹੁਤ ਵਾਰੀ ਪਹਿਲਾਂ ਵੀ ਕਰਵਾ ਕੇ ਗਿਆ ਗਾ। ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜਲੋੜ ਮਿੱਟੀ ਪਾਈ ਜਾਂਦੀ ਹੈ, ਕਾਲੀ ਮਿੱਟੀ ਪੰਜਾਬ ਦੇ ਵਿੱਚ ਨਹੀਂ ਪਾਈ ਜਾਂਦੀ। ਸ਼੍ਰੋਮਣੀ ਕਮੇਟੀ ਦੇ ਪਹਿਲੇ ਪ੍ਰਧਾਨ ਕੌਣ ਸੀ? ਬਾਬਾ ਖੜਕ ਸਿੰਘ। ਦੇਖੋ ਜਿਹੜੀ SGPC ਬਣੀ ਸੀ, ਇਹ ਤਾਂ ਬਣੀ ਸੀ 1920 ਦੇ ਵਿੱਚ। ਜੇ ਪੁੱਛਣਾ SGPC ਦਾ ਐਕਟ ਕਦੋਂ ਪਾਸ ਹੋਇਆ ਸੀ? ਐਕਟ ਪਾਸ ਹੋਇਆ ਸੀ 1925 ਦੇ ਵਿੱਚ। ਇਹ ਦੋ ਆਪਰੇਸ਼ਨਾਂ 'ਚ ਕਨਫਿਊਜ਼ ਨਹੀਂ ਹੋਣਾ। ਇਸ ਤੋਂ ਬਾਅਦ ਪੰਜਾਬੀ ਸਾਹਿਤਕ ਪਰੰਪਰਾ ਦਾ ਪਾਇਓਨੀਅਰ ਕਿਸ ਨੂੰ ਕਿਹਾ ਜਾਂਦਾ ਗਾ? ਤਾਂ ਇਹ ਕਿਹਾ ਜਾਂਦਾ ਸ਼ੇਖ ਫਰੀਦ ਜੀ ਨੂੰ। ਪੰਜਾਬੀ ਭਾਸ਼ਾ ਨੂੰ ਕਿਸ ਭਾਸ਼ਾ ਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ? ਦੇਖੋ ਜਿਹੜੀ ਪੰਜਾਬੀ ਭਾਸ਼ਾ ਨੂੰ ਮੰਨਿਆ ਜਾਂਦਾ ਸੁਰਸੇਨੀ ਪ੍ਰਾਕ੍ਰਿਤ ਭਾਸ਼ਾ ਦਾ। ਸੁਰਸੇਨੀ ਪੰਜਾਬੀ ਭਾਸ਼ਾ ਨੂੰ ਇਹਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਹੈਗਾ, ਠੀਕ ਹੈ, ਗੱਲ ਯਾਦ ਰੱਖਣੀ ਹੈ। ਸੁਰਸੇਨੀ ਪ੍ਰਾਕ੍ਰਿਤਿਕ। ਜਿਹੜੀ ਪਾਲੀ ਭਾਸ਼ਾ ਹੈਗੀ, ਇਹ ਬੁੱਧ ਧਰਮ ਅਤੇ ਜੈਨ ਧਰਮ ਦੇ ਸਮੇਂ ਦੇ ਵਿੱਚ ਬੋਲੀ ਜਾਂਦੀ ਸੀ, ਗੱਲ ਯਾਦ ਰੱਖਣੀ ਹੈ। ਰਾਜੀਵ ਲੌਂਗੋਵਾਲ ਸਮਝੌਤਾ ਕਦੋਂ ਹੋਇਆ ਸੀ? ਰਾਜੀਵ ਲੌਂਗੋਵਾਲ ਸਮਝੌਤਾ ਜਿਹੜਾ ਹੋਇਆ ਸੀ, ਇਹਨੂੰ ਪੰਜਾਬ ਸਮਝੌਤਾ ਵੀ ਕਹਿੰਦੇ ਨੇ। ਇਹਦੇ ਕਿਦੋਂ ਸਾਈਨ ਹੋਏ ਸੀ? ਇਹਦੇ ਹੋਏ ਸੀ ਜਦੋਂ 1984 ਦੇ ਵਿੱਚ ਕਤਲੇਆਮ ਦੀ ਘਟਨਾ ਹੋਈ ਸੀ ਅੰਮ੍ਰਿਤਸਰ ਦੇ ਵਿੱਚ। ਟੈਂਕ ਵਾਰਤੇ ਸੀ। ਇਸ ਤੋਂ ਬਾਅਦ 1985 ਦੇ ਵਿੱਚ ਇਹ ਸਮਝੌਤਾ ਹੋਇਆ ਸੀ, ਠੀਕ ਹੈ। ਪੰਜਾਬ ਵਿੱਚ SGPC ਕਦੋਂ ਸਥਾਪਿਤ ਕੀਤੀ ਗਈ ਸੀ? ਦੇਖੋ SGPC ਸਥਾਪਿਤ ਦੀ ਗੱਲ ਕੀਤੀ ਇਹਨਾਂ ਨੇ, ਐਕਟ ਦੀ ਗੱਲ ਨਹੀਂ ਕੀਤੀ, ਤਾਂ 1920 ਆਊਗਾ, ਠੀਕ ਹੈ। ਜੇ ਐਕਟ ਦੀ ਗੱਲ ਕਰਦੇ ਫਿਰ 1925 ਆਉਂਦਾ। ਪੰਜਾਬ ਵਿੱਚ ਸਭ ਤੋਂ ਵੱਡੀ ਅਨਾਜ ਮੰਡੀ ਤਾਂ ਹਰੇਕ ਬੱਚੇ ਨੂੰ ਪਤਾ ਹੋਊ, ਖੰਨਾ ਦੇ ਵਿੱਚ ਹੈ। ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ਸੀ? ਅੰਮ੍ਰਿਤਸਰ ਦੀ ਸੰਧੀ ਹੋਈ ਸੀ 1809 ਦੇ ਵਿੱਚ, ਠੀਕ ਹੈ। ਅਤੇ ਇਹ ਮਹਾਰਾਜਾ ਰਣਜੀਤ ਦੇ ਅੰਗਰੇਜ਼ਾਂ ਵਿਚਾਲੇ ਹੋਈ ਸੀ, ਗੱਲ ਯਾਦ ਰੱਖਣਾ, ਮਹਾਰਾਜਾ ਰਣਜੀਤ ਤੇ ਅੰਗਰੇਜ਼ਾਂ ਵਿਚਾਲੇ ਹੋਈ ਸੀ। ਇਹਦੇ ਵਿੱਚ ਕੀ ਕੀਤਾ ਸੀ? ਦੋਨਾਂ ਨੇ ਸਰਹੱਦਾਂ ਵੰਡੀਆਂ ਸੀ ਆਪਣੀਆਂ, ਠੀਕ ਹੈ, ਕਿ ਸਤਲੁਜ ਤੋਂ ਇੱਧਰਲਾ ਇਲਾਕਾ ਸਾਡਾ ਗਾ, ਸਤਲੁਜ ਤੋਂ ਪਰਲਾ ਇਲਾਕਾ ਅੰਗਰੇਜ਼ਾਂ ਦਾ ਗਾ। 1809 ਦੇ ਵਿੱਚ ਇਹ ਗੱਲ ਹੋਈ ਸੀ ਇਹਨਾਂ ਦੀ। ਪੰਜਾਬ ਅਤੇ ਪੈਪਸੂ ਨੂੰ ਕਦੋਂ ਆਪਸ ਦੇ ਵਿੱਚ ਮਿਲਾ ਲਿਆ ਸੀ? 1956 ਦੇ ਵਿੱਚ ਪੰਜਾਬ ਦੇ ਪੈਪਸੂ ਨੂੰ ਮਿਲਾ ਲਿਆ ਸੀ। ਪੈਪਸੂ ਦੇ ਸਮੇਂ ਕੋਲ 14 ਜ਼ਿਲ੍ਹੇ ਸੀ, ਠੀਕ ਹੈ। ਸਭ ਤੋਂ ਪੁਰਾਣਾ ਜ਼ਿਲ੍ਹਾ ਕਿਹੜਾ ਸੀ? ਨਾਲਾਗੜ੍ਹ। ਇਹਨਾਂ ਦੇ ਵਿੱਚੋਂ ਯਾਦਵਿੰਦਰਾ ਗਾਰਡਨ ਕਿੱਥੇ ਹੈ? ਪੰਜੌਰ ਦੇ ਵਿੱਚ ਹੈ, ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ ਜੀ, ਹੁਣ ਚੱਲਦੇ ਆਪਾਂ ਅਗਲੇ 'ਤੇ। ਪੰਜਾਬ ਦਾ ਮਾਨਚੈਸਟਰ ਕਿਸ ਨੂੰ, ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ? ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋ, ਲੁਧਿਆਣਾ ਨੂੰ ਕਿਹਾ ਜਾਂਦਾ ਪੰਜਾਬ ਦਾ ਮਾਨਚੈਸਟਰ। ਕਿਸ ਸਾਲ ਪੰਜਾਬੀ ਨੂੰ ਲਾਜ਼ਮੀ ਭਾਸ਼ਾ ਦਾ ਦਰਜਾ ਦਿੱਤਾ ਸੀ? 1992 ਦੇ ਵਿੱਚ ਕਹਿਤਾ ਸੀ ਭਾਈ ਇਹ ਭਾਸ਼ਾ ਆਪਣੇ ਵਾਸਤੇ ਲਾਜ਼ਮੀ ਹੈ। ਪੰਜਾਬ ਦਾ ਕਿਹੜਾ ਸ਼ਹਿਰ ਫਰਨੀਚਰ ਬਣਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਮਸ਼ਹੂਰ ਹੈ? ਇਹ ਵੀ ਹਰੇਕ ਬੱਚੇ ਨੂੰ ਆਉਂਦਾ ਹੀ ਹੋਊਗਾ, ਕਰਤਾਰਪੁਰ। ਫਰਨੀਚਰ ਲੱਕੜੀ ਦਾ ਸਮਾਨ ਜਿਹੜਾ ਜ਼ਿਆਦਾ ਬਣਦਾ ਹੈਗਾ, ਉਹਦੇ ਵਿੱਚ ਸਭ ਤੋਂ ਜ਼ਿਆਦਾ ਮਸ਼ਹੂਰ ਕਿਹੜਾ ਹੈਗਾ? ਆਪਣਾ ਕਰਤਾਰਪੁਰ। ਮਿੰਨੀ ਓਲੰਪਿਕ ਖੇਡਾਂ ਕਿੱਥੇ ਹੁੰਦੀਆਂ ਗਈਆਂ? ਇਹ ਹੁੰਦੀਆਂ ਲੁਧਿਆਣਾ ਦੇ ਕਿਲ੍ਹਾ ਰਾਏਪੁਰ ਦੇ ਵਿੱਚ। ਇਹਦੇ ਵਿੱਚ ਜਿਹੜੀਆਂ ਦੇਸੀ ਖੇਡਾਂ ਗਈਆਂ ਉਹ ਹੁੰਦੀਆਂ ਗਈਆਂ, ਜਿਵੇਂ ਬਲਦਾਂ ਦੀ ਰੇਸ ਹੋ ਗਈ, ਇਸ ਤਰ੍ਹਾਂ ਨਾਲ ਜਿਹੜੀਆਂ ਖੇਡਾਂ ਹੁੰਦੀਆਂ ਉਹ ਹੁੰਦੀਆਂ ਗਈਆਂ। ਮਿੰਨੀ ਓਲੰਪਿਕ ਖੇਡਾਂ ਕਿੱਥੇ ਆਯੋਜਿਤ ਕੀਤੀਆਂ ਜਾਂਦੀਆਂ ਹਨ? ਇਹ ਤੁਹਾਨੂੰ ਹੁਣੀ ਕਰਵਾ ਕੇ ਆਪਰੇਸ਼ਨ ਦੁਬਾਰਾ ਰਿਪੀਟ ਹੋ ਗਿਆ ਇਹ। ਇਸ ਤੋਂ ਬਾਅਦ ਗਿਆਨਪੀਠ ਪੁਰਸਕਾਰ, ਇੱਥੇ ਗਿਆਨਪੀਠ ਆਊਗਾ। ਪੁਰਸਕਾਰ ਪੰਜਾਬੀ ਕਵਿਤਾਵਾਂ ਦੇ ਵਿੱਚ ਕਿਸ ਨੂੰ ਮਿਲਿਆ? ਪੋਇਮ ਦੇ ਵਿੱਚ। ਤਾਂ ਇਹ ਮਿਲਿਆ ਸੀ ਸ਼੍ਰੀਮਤੀ ਅੰਮ੍ਰਿਤਾ ਪ੍ਰੀਤਮ ਨੂੰ। ਜੇ ਬੰਦਿਆਂ ਦੇ ਵਿੱਚ ਪੁੱਛ ਲੈਂਦੇ ਕਿਹੜੇ ਨਾਵਲਕਾਰ ਨੂੰ ਮਿਲਿਆ, ਤਾਂ ਉਹ ਮਿਲਿਆ ਸੀ ਆਪਣੇ ਗੁਰਦਿਆਲ ਸਿੰਘ ਨੂੰ। ਪਹਿਲਾਂ ਕਰਵਾ ਕੇ ਗਿਆ ਹੁਣੀ ਮੈਂ ਗੁਰਦਿਆਲ ਸਿੰਘ ਨੂੰ। ਪੰਜਾਬ ਦਾ ਪੁਰਾਣਾ ਨਾਮ ਕੀ ਸੀ? ਸਪਤ ਸਿੰਧੂ।
ਸਪਤ ਸਿੰਧੂ ਕਿਉਂ ਕਿਹਾ ਜਾਂਦਾ ਸੀ ਪੰਜਾਬ ਨੂੰ? ਕਿਉਂਕਿ ਇਹਦੇ ਵਿੱਚ ਉਦੋਂ 7 ਦਰਿਆ ਵਗਦੇ, 7 ਦਰਿਆਵਾਂ ਦੀ ਧਰਤੀ ਕਰਕੇ ਇਹਨੂੰ ਸਪਤ ਸਿੰਧੂ ਕਿਹਾ ਜਾਂਦਾ। ਕਿਹੜੇ ਕਿਹੜੇ ਦਰਿਆ ਸੀ? 5 ਵਾਲੇ ਤਾਂ ਹੁਣੀ ਸੀ ਜਿਹੜੇ ਹੁਣ ਚੱਲਦੇ ਆਪਣੇ। 6ਵਾਂ ਹੈਗਾ ਸੀ ਆਪਣਾ ਸਿੰਧੂ ਦਰਿਆ, ਅਤੇ 7ਵਾਂ ਹੈਗਾ ਸੀ ਆਪਣਾ ਸਰਸਵਤੀ। ਜਿਹੜੀ ਸਰਸਵਤੀ ਨਦੀ ਹੈ ਭਾਈ ਅਲੋਪ ਹੋ ਚੁੱਕੀ ਹੈ ਹੁਣ, ਠੀਕ ਹੈ, ਇਹ ਹੈ ਨਹੀਂ ਹੁਣ, ਇਹ ਅਲੋਪ ਹੋ ਚੁੱਕੀ ਹੈ। ਅੰਜੂ ਏ ਮੋਹੀ ਬਾਣ ਇਹ ਵਤਨ ਹੇਠ ਲਿਖਿਆ ਨਾਲ ਕਿਸ ਨਾਲ ਸੰਬੰਧਿਤ ਹੈ? ਸਰਦਾਰ ਅਜੀਤ ਸਿੰਘ ਨਾਲ। ਸਰਦਾਰ ਅਜੀਤ ਸਿੰਘ ਕੌਣ ਹੈਗਾ? ਇਹ ਹੈਗਾ ਆਪਣੇ ਭਗਤ ਸਿੰਘ ਜੀ ਦਾ ਚਾਚਾ, ਠੀਕ ਹੈ। ਮੌਜੂਦਾ ਪੰਜਾਬ ਕਿਹਦੋਂ ਹੋਂਦ ਵਿੱਚ ਆਇਆ? 1 ਨਵੰਬਰ 1966 ਨੂੰ ਪੰਜਾਬ ਨੂੰ 2 ਹਿੱਸਿਆਂ ਦੇ ਵਿੱਚ ਵੰਡਤਾ ਸੀ। ਇੱਕ ਹਿੱਸਾ ਦਾ ਵਗ ਗਿਆ ਸੀ ਹਰਿਆਣੇ ਦੇ ਵਿੱਚ, ਦੂਸਰਾ ਹਿੱਸਾ ਆ ਗਿਆ ਸੀ ਪੰਜਾਬ ਦੇ ਵਿੱਚ। ਇਹ ਗੱਲ ਯਾਦ ਰੱਖਣੀ ਹੈ। 1 ਨਵੰਬਰ 1966 ਨੂੰ ਬਣੇ ਸੀ ਦੋਨੇ। ਪੰਜਾਬ ਦੇ 5 ਦਰਿਆਵਾਂ ਦੀ ਧਰਤੀ ਦਾ ਪੁਰਾਣਾ ਨਾਮ ਕੀ ਹੈ? ਪਚਨੰਦ। ਪਚਨੰਦ ਕਿਹਾ ਜਾਂਦਾ। ਵੈਸੇ ਨੂੰ ਪੈਟਾ ਪੋਟਾਮੀਆ ਵੀ ਕਿਹਾ ਜਾਂਦਾ। ਪੈਟਾ ਪੋਟਾਮੀਆ ਦਾ ਮਤਲਬ ਹੁੰਦਾ ਕਿ ਪੈਟਾ ਦਾ ਮਤਲਬ ਹੁੰਦਾ 5, ਪੋਟਾਮੀਆ ਦਾ ਮਤਲਬ 5 ਦਰਿਆ, 5 ਦਰਿਆਵਾਂ ਦੀ ਧਰਤੀ। ਪੈਟਾ ਪੋਟਾਮੀਆ ਵੀ ਕਿਹਾ ਜਾਂਦਾ, ਪਚਨੰਦ ਵੀ ਕਿਹਾ ਜਾਂਦਾ। ਅੰਮ੍ਰਿਤਸਰ ਅਤੇ ਪੂਰਬੀ ਰਾਜ ਪੈਪਸੂ ਦੀ ਰਾਜਧਾਨੀ ਕਿਹੜੀ ਹੁੰਦੀ ਸੀ? ਜਦੋਂ ਪੈਪਸੂ ਬਣਿਆ ਵਾ ਹੁੰਦਾ ਸੀ ਕਹਿੰਦੇ ਉਦੋਂ ਰਾਜਧਾਨੀ ਕਿਹੜੀ ਹੁੰਦੀ? ਉਦੋਂ ਆਪਣੀ ਰਾਜਧਾਨੀ ਪਟਿਆਲਾ ਹੁੰਦੀ ਸੀ, ਠੀਕ ਹੈ। ਇਸ ਤੋਂ ਬਾਅਦ ਅੱਗੇ ਪੰਜਾਬ ਦਾ ਸਭ ਤੋਂ ਜ਼ਿਆਦਾ ਹਿੱਸਾ ਕਿਹੜੀ ਮਿੱਟੀ ਨਾਲ ਢਕਿਆ ਹੋਇਆ ਹੈਗਾ? ਠੀਕ ਹੈ, ਜੇ ਪ੍ਰਸ਼ਨ ਆ ਜਾਏ ਪੰਜਾਬ ਦਾ ਵੱਡਾ ਹਿੱਸਾ ਰੇਤਲੀ ਮਿੱਟੀ ਨਾਲ ਢਕਿਆ ਹੋਇਆ, ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ। ਇਹ ਤੋਂ ਬਾਅਦ ਚੱਲਦੇ ਹਾਂ ਅੱਗੇ। ਪੰਜਾਬ ਅਮੀਰ ਹੈ। ਪੰਜਾਬ ਕਾਹਦੇ ਕਰਕੇ ਅਮੀਰ ਹੈ? ਕਿਹੜਾ ਪੰਜਾਬ ਦੇ ਵਿੱਚ ਸਭ ਤੋਂ ਵੱਧ ਪਾਇਆ ਜਾਂਦਾ? ਆਪਣੇ ਪਾਇਆ ਜਾਂਦਾ ਲੂਣ, ਚਟਾਨੀ ਨਮਕ ਜਾਂ ਚਟਾਨੀ ਖਣਿਜ ਵੀ ਕਹਿ ਸਕਦੇ ਇਹਨੂੰ ਆਪਾਂ, ਠੀਕ ਹੈ। ਚਟਾਨੀ ਨਮਕ ਕਰਕੇ ਪੰਜਾਬ 'ਚ ਸਭ ਤੋਂ ਜ਼ਿਆਦਾ ਅਮੀਰ ਹੈ ਪੰਜਾਬ ਇਸ ਚੀਜ਼ ਦੇ ਵਿੱਚ, ਹੋਰ ਕੁਛ ਨਹੀਂ ਨਿਕਲਦਾ ਪੰਜਾਬ 'ਚੋਂ। ਉਸ ਜ਼ਿਲ੍ਹੇ ਦਾ ਨਾਮ ਦੱਸੋ ਜਿਹੜਾ ਨਦੀ ਦੇ ਕਿਨਾਰੇ 'ਤੇ ਹੈ? ਜਲੰਧਰ ਆ ਭਾਈ, ਨਦੀ ਦੇ ਕਿਨਾਰੇ 'ਤੇ। ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਹਿਮਾਲਿਆ ਦੇ ਵੱਖ-ਵੱਖ ਪਾਸਿਆਂ ਵਿੱਚ ਜੋ ਬਾਹਰੀ ਹਮਲਾਵਰ ਸਭ ਤੋਂ ਵੱਧ ਵਾਰ ਵੇਖਿਆ ਜਾਂਦਾ ਹੈ। ਸਭ ਤੋਂ ਪੁਰਾਣੇ ਟਾਈਮਾਂ ਦੇ ਵਿੱਚ ਦੇਖੋ ਆਹ ਹੋ ਗਿਆ ਆਪਣਾ ਪੰਜਾਬ, ਇੱਥੇ ਹੈਗਾ ਖੈਬਰ ਦਰਾ। ਖੈਬਰ ਦਰਾ ਪਾਕਿਸਤਾਨ ਦੇ ਨਾਲ ਜੋੜਦਾ ਆਪਾਂ ਨੂੰ। ਜਿਹੜਾ ਵੀ ਕੋਈ ਹਮਲਾਵਰ ਇੱਧਰ ਆਉਂਦਾ ਸੀ ਪੰਜਾਬ ਵਿੱਚ ਲੰਘ ਕੇ ਜਾਂਦਾ ਸੀ, ਪਹਿਲਾਂ ਤਾਂ ਆਪਣੇ ਬਜ਼ੁਰਗ ਨਾਲ ਲੜਦੇ ਹੁੰਦੇ ਸੀ। ਇਸ ਤੋਂ ਬਾਅਦ ਗਾਹਾਂ ਦਿੱਲੀ ਵੀ ਨਹੀਂ ਕੂਚ ਕਰਦਾ। ਦਿੱਲੀ ਤੋਂ ਜਦੋਂ ਉੱਧਰੋਂ ਲੁੱਟ ਖੋਹ ਕਰਕੇ ਜਦੋਂ ਵਾਪਸ ਆਉਂਦੇ ਸੀ ਆਪਣੇ ਵਾਲਿਆਂ ਨਾਲ ਫੇਰ ਲੜਨਾ ਪੈਂਦਾ ਸੀ ਉਹਨਾਂ ਨੂੰ, ਠੀਕ ਹੈ। ਤਾਂ ਕਰਕੇ ਪੰਜਾਬ ਦੇ ਵਿੱਚ ਖੂਨ ਵਿੱਚ ਹੀ ਬਗਾਵਤ ਲਿਖੀ ਹੋਈ ਹੈ। ਪਹਿਲਾਂ ਜਦੋਂ ਵੀ ਕੋਈ ਹਮਲਾਵਰ ਜਾਂਦੇ ਹੋਏ ਲੜਕੇ ਜਾਂਦੇ, ਆਉਂਦਾ ਹੋਇਆ ਲੜਕੇ, ਤਾਂ ਕਰਕੇ ਪੰਜਾਬ ਦੀ ਕੌਮ ਆ ਜਿਹੜੀ ਉਹਨੂੰ ਅਣਖੀ ਕੌਮ ਕਿਹਾ ਜਾਂਦਾ ਹੈਗਾ। ਪਰ ਵਿੱਚ ਆਪਣੇ ਜਿਹੜੇ ਕਮੈਂਟਾਂ ਦੇ ਵਿੱਚ ਭੇਡਾਂ ਵੀ ਫਿਰਦੀਆਂ ਵਿੱਚ, ਠੀਕ ਹੈ, ਭੇਡਾਂ ਬਹੁਤ ਫਿਰਦੀਆਂ ਗਈਆਂ, ਤਾਂ ਕਰਕੇ ਉਹ ਸਾਰੇ ਐਂ ਸਮਝ ਲਓ ਕਿ ਬੇਕਾਰ ਬੰਦੇ ਹੈਗੇ, ਠੀਕ ਹੈ। ਜਿਹੜੇ ਗਲਤ ਕਮੈਂਟ ਕਰਦੇ ਉਹਨਾਂ ਨੂੰ ਭੇਡਾਂ ਕਹਿ ਰਿਹਾ ਮੈਂ। ਦੇਖੋ ਆਪਣੇ ਖੂਨ ਦੇ ਵਿੱਚ ਇੰਨੀ ਬਗਾਵਤ ਹੈਗੀ, ਦੇਖੋ ਧਿਆਨ ਨਾਲ। NH1 ਤੇ ਸਥਿਤ ਪੰਜਾਬ ਦੀ ਮੁੱਖ ਸੜਕ ਕਿਹੜੀ ਹੈ? ਗ੍ਰੈਂਡ ਟਰੰਕ ਰੋਡ। NH1 ਦੀ ਜਿਹੜੀ ਸੜਕ ਉਹਨਾਂ ਨੂੰ ਆਪਾਂ ਗ੍ਰੈਂਡ ਟਰੰਕ ਰੋਡ ਵੀ ਕਹਿ ਦਿੰਦੇ ਹਾਂ। ਆਨੰਦ ਕਾਰਜ, ਇਹ ਤੁਹਾਨੂੰ ਟ੍ਰਿਕ ਨਾਲ ਯਾਦ ਕਰਾਉਣਾ, ਇਹ ਗਲਤ ਲਿਖਿਆ ਹੋਇਆ ਪੁੱਤਰੋ। ਜਿਹੜੀ ਆਨੰਦ ਕਾਰਜ ਦੀ ਰਸਮ ਹੈਗੀ, ਦੇਖੋ ਆੜੇ ਤੇ ਆਨੰਦ, ਆੜੇ ਤੇ ਅਮਰਦਾਸ ਜੀ, ਇਹ ਗੱਲ ਯਾਦ ਰੱਖਣੀ, ਸਹੀ ਕਰ ਲਿਓ। ਆਨੰਦ ਕਾਰਜ ਦੀ ਰਸਮ ਜਿਹੜੀ ਚਲਾਈ ਸੀ ਉਹ ਅਮਰਦਾਸ ਜੀ ਨੇ ਚਲਾਈ ਸੀ। ਜਿਹੜੀ ਲਾਵਾਂ ਦੀ ਰਸਮ ਚਲਾਈ ਸੀ ਇਹ ਚਲਾਈ ਸੀ ਸ਼੍ਰੀ ਗੁਰੂ ਰਾਮਦਾਸ ਜੀ ਨੇ, ਇਹ ਗੱਲ ਯਾਦ ਰੱਖਣੀ ਹੈ। ਤਾਂ ਇਹਦਾ ਆਨਸਰ ਰਾਮਦਾਸ ਜੀ ਨਹੀਂ ਆਊਗਾ, ਇਹਦਾ ਆਨਸਰ ਆਊਗਾ ਆਪਣਾ ਅਮਰਦਾਸ ਜੀ। ਕਿਸੇ ਨੇ ਸੁਖਮਨੀ ਸਾਹਿਬ ਦੀ ਰਚਨਾ ਸਾਹਿਬ ਲਿਖੀ ਸੀ? ਇਹ ਲਿਖੀ ਸੀ ਭਾਈ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਲਿਖੀ ਸੀ ਪੁੱਤਰੋ। ਡੱਲੇ ਵਾਲੀਆ ਮਿਸ਼ਨ, ਡੱਲੇ ਵਾਲੀਆ ਮਿਸਲ ਕੋਲ ਕਿੰਨੀਆਂ ਮਿਸਲਾਂ? ਆਪਣੇ 12 ਮਿਸਲਾਂ ਸੀ, ਠੀਕ ਹੈ। ਜਿਹੜੀ ਡੱਲੇ ਵਾਲੀ ਮਿਸਲ ਸੀ ਇਹ ਕਿਹਦੀ ਸੀ? ਇਹ ਸਰਦਾਰ ਗੁਲਾਬ ਸਿੰਘ ਦੀ ਸੀ। ਆਲੂ ਵਾਲੀ ਮਿਸਲ ਕਿਹਦੀ ਸੀ? ਜੱਸਾ ਸਿੰਘ ਆਲੂਵਾਲੀਆ ਦੀ। ਕਿਸ ਨੇ ਗੋਬਿੰਦਵਾਲ ਸਾਹਿਬ ਦੀ ਸਥਾਪਨਾ ਕੀਤੀ? ਗੋਬਿੰਦਵਾਲ ਦੀ ਸਥਾਪਨਾ ਕਿਸ ਨੇ ਕੀਤੀ? ਸ਼੍ਰੀ ਗੁਰੂ ਅਮਰਦਾਸ ਜੀ ਨੇ ਕੀਤੀ ਸੀ, ਇਹ ਗੱਲ ਯਾਦ ਰੱਖਣੀ। ਅਤੇ ਅਮਰਦਾਸ ਜੀ ਨੇ ਹੀ ਬੌਲੀ ਦਾ ਨਿਰਮਾਣ ਕਰਵਾਇਆ ਸੀ, ਇਹਨਾਂ ਨੇ ਅਖਾੜਾ ਬਣਵਾਇਆ ਸੀ, ਠੀਕ ਹੈ। ਬੌਲੀ ਦਾ ਨਿਰਮਾਣ ਕਰਾਇਆ ਸੀ। ਇੱਕ ਮੰਜੀ ਪ੍ਰਥਾ, ਬੌਲੀ ਦੇ ਵਿੱਚ ਕਿੰਨੀਆਂ ਪੌੜੀਆਂ ਸੀ? 84 ਪੌੜੀਆਂ ਸਨ। ਮੰਜੀ ਪ੍ਰਥਾ ਦੇ ਵਿੱਚ 22 ਮੰਜੀਆਂ ਸਨ। ਅਖਾੜਾ ਇਹਨਾਂ ਨੇ ਬਣਾਇਆ ਸੀ ਮਤਲਬ ਸਰੀਰ ਨੂੰ ਮਜ਼ਬੂਤ ਰੱਖਣ ਵਾਸਤੇ, ਘੋਲ ਕਰਨ ਵਾਲੀ ਜਗ੍ਹਾ ਨੂੰ ਆਪਾਂ ਅਖਾੜਾ ਕਹਿ ਦਿੰਦੇ ਹੁੰਦੇ ਹਾਂ। ਕਿਹੜੇ ਗੁਰੂ ਨੇ ਕੀਰਤਪੁਰ ਸਾਹਿਬ ਵਿਖੇ ਆਯੁਰਵੈਦਿਕ ਜੜੀ ਬੂਟੀਆਂ ਦਾ ਹਸਪਤਾਲ ਅਤੇ ਖੋਜ ਕੇਂਦਰ ਬਣਾਇਆ? ਇਹ ਬਣਾਇਆ ਗਿਆ ਸ੍ਰੀ ਗੁਰੂ ਹਰੀਰਾਜ ਜੀ ਦੇ ਨਾਮ 'ਤੇ, ਠੀਕ ਹੈ। ਪੰਜਾਬ ਦਾ ਰਾਜ ਦਰਖਤ ਕਿਹੜਾ ਹੈਗਾ? ਸ਼ੀਸ਼ਮ, ਜਿਹਨੂੰ ਆਪਾਂ ਟਾਹਲੀ ਕਹਿ ਦਿੰਦੇ ਹਾਂ ਭਾਈ,
ठीक है, अपने लोग ने उत्थे मानता करते होंगे। पंजाब का राज पशु किहड़ा है? काला हिरन। ठीक है, गल याद रखनी, काला हिरन अपना राज पशु। तो पंछी किहड़ा अपना पंजाब का? बाज। शीश महल किसने बनवाया सी? शीश महल किहने बनाया सी? बनाया सी कपूर सिंह ने, नरिंदर सिंह ने, सच सॉरी, नरिंदर सिंह ने बनाया सी शीश महल। पंजाब का राज पंछी बाज, ये प्रश्न आ गया, देखो हुणी करवा के गए। रावी नदी का यूनानी नेम की है? हुणी करा के गया मैं थोनू। सिस का आ तो है ब्यास का नाम। ठीक है, आ गया अपना हाइपासिस, ਇਹਦਾ नाम की होगा रावी नदी का? हैसीड्रॉस, हैसीड्रॉस होगा ਇਹਦਾ नाम। ठीक है, आ तो आ गया अपनी जहलम नदी का नाम। ठीक है, तो ये गल याद रखनी, ਇਹਦਾ नाम आ जाऊगा अपना हुणे करवा के गया की नाम एक पंजाब, ਇਹਦਾ नाम हाइड्रोसेस होगा। ठीक है, हाइड्रोसेस होगा। हैसीड्रॉस का नाम है सतलुज का, है ना। ਇਹ ਤਾਂ ਆਪਾਂ ਪੜ੍ਹ ਕੇ ਗਏ ਸੀ, ਸਤਲੁਜ ਦਾ ਨਾਮ ਹੈ ਹੈਸੀਡਰੋਸ। ਇਸ ਤੋਂ ਬਾਅਦ ਪੜ੍ਹ ਕੇ ਗਏ ਸੀ ਆਪਾਂ ਹਾਈਪਾਸਿਸ। ਸਿਸ ਦੀ ਗੱਲ ਕਰੀਏ ਕਿ ਸਿਸ ਦਾ ਜਦੋਂ ਵੀ ਨਾਂ ਆ ਗਿਆ, ਸਿਸ ਨੂੰ ਆਸ ਹੈ ਬਿਆਸ ਹੈ। ਠੀਕ ਹੈ, ਇਹ ਤੋਂ ਬਾਅਦ ਹਾਈਡਸਪਸ ਹੈ 10 ਜਹਿਲਮ ਦਾ ਨਾਮ ਆ, ਤਾਂ ਆਹੀ ਆਊਗਾ ਬਾਈ। ਠੀਕ ਹੈ, ਹਾਈਡਰੋਸਿਸ ਹੀ ਹੈਗਾ। 1805 ਦੇ ਵਿੱਚ ਰਣਜੀਤ ਸਿੰਘ ਨੇ ਦੈਸ਼ ਮਿਸਲ ਤੋਂ ਅੰਮ੍ਰਿਤਸਰ ਜਿੱਤਿਆ। ਭੰਗੀ ਮਿਸਲ ਤੋਂ ਜਿੱਤਿਆ ਸੀ ਅੰਮ੍ਰਿਤਸਰ। ਇਹਨਾਂ ਵਿੱਚੋਂ ਕਿਹੜਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਸਮਕਾਲੀ ਨਹੀਂ ਹੈ? ਬਾਬਰ ਵੀ ਇਹਨਾਂ ਦਾ ਸਮੇਂ ਦੇ ਵਿੱਚ ਸੀ, ਬਹਿਲੋਲ ਲੋਧੀ ਵੀ ਇਹਨਾਂ ਦੇ ਸਮੇਂ ਦੇ ਵਿੱਚ ਸੀ, ਤੇ ਸਿਕੰਦਰ ਲੋਧੀ ਵੀ ਇਹਨਾਂ ਦੇ ਸਮੇਂ ਦੇ ਵਿੱਚ ਸੀ। ਠੀਕ ਹੈ, ਤੇ ਜਿਹੜਾ ਦੇਖੋ ਹੁਣ ਆਪਾਂ ਇੱਥੋਂ ਜੋ ਗੱਲ ਚੱਲ ਹੀ ਪਈ, ਜਿਹੜਾ ਬਹਿਲੋਲ ਲੋਧੀ ਸੀ, ਇਹਨੇ ਲੋਧੀ ਬਾਂਸਰੀ ਨਹੀਂ ਰੱਖੀ ਸੀ। ਲੋਧੀ ਬਾਂਸਰੀ ਨਹੀਂ ਕਿਹਨੇ ਰੱਖੀ ਸੀ? ਇਸਨੇ ਰੱਖੀ ਸੀ। ਇਸ ਤੋਂ ਬਾਅਦ ਬਣ ਗਿਆ ਸਿਕੰਦਰ ਲੋਧੀ। ਠੀਕ ਹੈ, ਤੇ ਐਂਡ 'ਤੇ ਇਹਨਾਂ ਦਾ ਤੀਸਰਾ ਸ਼ਾਸਕ ਸੀ ਇਬਰਾਹਿਮ ਲੋਧੀ। ਜਦੋਂ 1556 ਦੇ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਹੋਈ ਹੈ, ਜਿਹਦੇ ਵਿੱਚ ਬਾਬਰ ਅਤੇ ਇਬਰਾਹਿਮ ਲੋਧੀ ਲੜਾਈ ਹੋਈ ਸੀ, ਇਹਦੇ ਵਿੱਚ ਬਾਬਰ ਜਿੱਤ ਗਿਆ ਸੀ ਅਤੇ ਇਹਨੇ ਆਪਣਾ ਮੁਗਲ ਸਾਮਰਾਜ ਕਾਇਮ ਕਰ ਲਿਆ ਸੀ। ਤਾਂ ਇਹ ਸਾਰੇ ਇਹਨਾਂ ਦੇ ਸਮੇਂ ਦੇ ਵਿੱਚ ਹੀ, ਅਕਬਰ ਇਹਨਾਂ ਦੇ ਸਮੇਂ ਦੇ ਵਿੱਚ ਨਹੀਂ ਹੈਗਾ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਇਹ ਰਾਮਦਾਸ ਜੀ ਦੇ ਸਮੇਂ ਵੇਲੇ ਦਾ ਅਕਬਰ। ਕਿਹੜਾ ਸ਼ਹਿਰ ਨੂੰ ਸਿਫਤੀ ਦਾ ਘਰ ਕਿਹਾ ਜਾਂਦਾ ਹੈਗਾ? ਸਿਫਤੀ ਦਾ ਘਰ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈਗਾ? ਸਿਫਤੀ ਦਾ ਘਰ ਕਿਹਾ ਜਾਂਦਾ ਆਪਣੇ ਅੰਮ੍ਰਿਤਸਰ ਨੂੰ। ਠੀਕ ਹੈ ਜੀ, ਅੰਮ੍ਰਿਤਸਰ ਨੂੰ। ਇਸ ਤੋਂ ਬਾਅਦ ਮੁਹੰਮਦ ਗਜ਼ਨੀ ਨੇ ਕਿੰਨੀ ਵਾਰ ਪੰਜਾਬ 'ਤੇ ਹਮਲਾ ਕੀਤਾ? ਮੁਹੰਮਦ ਗਜ਼ਨੀ ਨੇ ਹਮਲਾ ਕੀਤਾ ਸੀ 17 ਵਾਰ। ਇਹ ਗੱਲ ਯਾਦ ਰੱਖਣੀ ਹੈ, ਮੁਹੰਮਦ ਗਜ਼ਨੀ ਨੇ ਪੰਜਾਬ 'ਤੇ 17 ਵਾਰ ਹਮਲਾ ਕੀਤਾ ਸੀ। ਪੰਜਾਬ ਦੀ ਸਭ ਤੋਂ ਮਸ਼ਹੂਰ ਖੇਡ ਪੁੱਛ ਰਹੇ ਨੇ, ਇਹਨੇ ਰਾਸ਼ਟਰੀ ਖੇਡ ਨਹੀਂ ਪੁੱਛੀ ਪੁੱਤਰੋ। ਠੀਕ ਹੈ ਨੇ, ਪੰਜਾਬ ਦੀ ਖੇਡ ਹੀ ਪੁੱਛਿਆ। ਪੰਜਾਬ ਦੀ ਸਭ ਤੋਂ ਮਸ਼ਹੂਰ ਖੇਡ ਆਪਣੀ ਕਬੱਡੀ ਹੈ। ਲੋਕ ਸਭਾ ਦੀਆਂ ਕੋਲ ਕਿੰਨੀਆਂ ਸੀਟਾਂ ਹੈਗੀਆਂ? ਲੋਕ ਸਭਾ ਦੀਆਂ, ਠੀਕ ਹੈ, ਲੋਕ ਸਭਾ ਦੇ ਜਿਹਦੇ ਵਿੱਚ MP ਚੁਣੇ ਜਾਂਦੇ ਆ, ਮੈਂਬਰ ਆਫ ਪਾਰਲੀਮੈਂਟ, ਇਹਦਾ 13 ਸੀਟਾਂ ਹੈਗੀਆਂ। ਅਤੇ ਪੰਜਾਬ ਦੇ ਵਿੱਚ ਰਾਜ ਸਭਾ ਦੀਆਂ ਕਿੰਨੀਆਂ ਸੀਟਾਂ ਹੈਗੀਆਂ? 7 ਸੀਟਾਂ ਹੈਗੀਆਂ। ਅਤੇ ਵਿਧਾਨ ਸਭਾ ਦੀਆਂ ਕਿੰਨੀਆਂ ਸੀਟਾਂ ਪੰਜਾਬ ਦੇ ਵਿੱਚ? 117 ਸੀਟਾਂ। ਵਿਧਾਨ ਸਭਾ ਤੋਂ ਚੁਣ ਕੇ ਬੰਦਾ MLA ਬਣਦਾ ਹੈਗਾ। ਰਾਜ ਸਭਾ ਦੇ ਵਿੱਚ ਵੀ ਚੁਣ ਕੇ, ਇਹ ਜਿਹੜੇ ਰਾਜ ਸਭਾ ਤੋਂ ਚੁਣੇ ਹੋਏ ਹੁੰਦੇ ਹੈਗੇ, ਇਹਨਾਂ ਦਾ ਕਾਰਜਕਾਲ 6 ਸਾਲ ਦਾ ਹੁੰਦਾ, ਅਤੇ ਹਰੇਕ ਸਾਲ ਬਾਅਦ 2/3 ਮੈਂਬਰ ਰਿਟਾਇਰ ਹੋ ਜਾਂਦੇ ਹੁੰਦੇ ਆ 2 ਸਾਲਾਂ ਬਾਅਦ। ਠੀਕ ਹੈ, ਦੂਸਰੀ ਗੱਲ, ਇੱਕ ਇਹਨਾਂ ਨੂੰ ਕਦੇ ਵੀ ਭੰਗ ਨਹੀਂ ਕੀਤਾ ਜਾ ਸਕਦਾ। ਰਾਜ ਸਭਾ ਨੂੰ ਕਦੇ ਵੀ ਭੰਗ ਨਹੀਂ ਕੀਤਾ ਜਾ ਸਕਦਾ। ਇਹਨੂੰ ਸਥਾਈ ਸਦਨ ਕਹਿ ਦਿੰਦੇ ਆ, ਪਰਮਾਨੈਂਟ ਸਦਨ। ਅਤੇ ਰਾਜ ਸਭਾ ਦਾ ਮੁਖੀ ਕੌਣ ਹੁੰਦਾ ਗਾ? ਉਪ ਰਾਸ਼ਟਰਪਤੀ। ਠੀਕ ਹੈ, ਇਹ ਗੱਲ ਮੈਂ ਯਾਦ ਰੱਖਣੀਆਂ ਸਾਰੀਆਂ, ਬੇਸਿਕ ਗੱਲਾਂ ਇਹ ਤਾਂ ਸਾਰੀਆਂ। ਆਹ ਮੈਂ ਹੁਣੇ ਕਰਵਾ ਕੇ ਗਿਆ ਤੁਹਾਨੂੰ ਕਿ ਭਈ 117 ਸੀਟਾਂ ਹੁੰਦੀਆਂ ਆਪਣੀਆਂ ਕਿਹਦੀਆਂ? ਵਿਧਾਨ ਸਭਾ ਦੀਆਂ। ਰਾਜ ਸਭਾ ਦੀਆਂ 7 ਸੀਟਾਂ ਹੁੰਦੀਆਂ। ਪੰਜਾਬ ਦੇ ਪਹਿਲੇ ਮੁੱਖ ਮੰਤਰੀ ਕੌਣ ਸੀ? ਤਾਂ ਤੁਹਾਨੂੰ ਸਾਰਿਆਂ ਨੂੰ ਪਤਾ, ਗੋਪੀ ਚੰਦ ਸੀ। ਇਹ ਕਿਹੜੀ ਪਾਰਟੀ ਨਾਲ ਸੰਬੰਧਿਤ ਸਨ? ਕਾਂਗਰਸ ਪਾਰਟੀ ਨਾਲ ਸੰਬੰਧਿਤ ਸਨ ਇਹ। ਅਤੇ ਇਹਨਾਂ ਦੇ ਸਮੇਂ ਦੇ ਵਿੱਚ ਗਵਰਨਰ ਕੌਣ ਹੁੰਦਾ ਸੀ? ਗਵਰਨਰ ਹੁੰਦਾ ਸੀ ਚੰਦੂ ਲਾਲ ਤ੍ਰਿਵੇਦੀ। ਅਤੇ ਗਵਰਨਰ ਕਿਹੜਾ ਹੁੰਦਾ ਸੀ ਉਹ ਟਾਈਮ ਦੇ ਵਿੱਚ? ਗਵਰਨਰ ਨਹੀਂ, ਉਹ ਸਪੀਕਰ ਹੁੰਦਾ ਸੀ ਆਪਣਾ ਕਪੂਰ ਸਿੰਘ। ਇਹ ਗੱਲ ਯਾਦ ਰੱਖਣੀ ਹੈ। ਆ ਗਿਆ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨਾਂ 'ਤੇ। ਦੇਖੋ, ਕਿਸ ਸਾਲ ਪੰਜਾਬ ਦੀ ਮੌਜੂਦਾ ਸਥਿਤੀ ਬਣਾਈ ਗਈ ਸੀ? ਕਿਸ ਸਾਲ ਪੰਜਾਬ ਦੀ ਮੌਜੂਦਾ ਸਥਿਤੀ ਬਣਾਈ ਗਈ? ਕਿਦੋਂ ਪੰਜਾਬ ਬਣਿਆ ਸੀ? ਕਹਿੰਦਾ ਮਤਲਬ ਪੰਜਾਬ ਬਣਿਆ ਸੀ 1 ਨਵੰਬਰ 1966 ਨੂੰ। ਇਹ ਗੱਲ ਯਾਦ ਰੱਖਣੀ ਹੈ ਭਾਈ। ਉਦੋਂ ਹਰਿਆਣਾ ਵੀ ਅਤੇ ਪੰਜਾਬ ਦੋਨੇ ਇਹ ਕਿੰਨੇ ਦਿਨ ਬਣੇ ਸੀ? ਇੱਕੋ ਦਿਨ ਬਣੇ ਸੀ। ਇਹ ਗੱਲ ਤੁਸੀਂ ਇਹਦੇ ਦਿਮਾਗ 'ਚ ਬਿਠਾ ਲਓ। ਇਸ ਤੋਂ ਬਾਅਦ ਅਗਲਾ, ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਕਿਹੜਾ ਹੈਗਾ? ਇਹਦਾ ਹਰੇਕ ਬੱਚੇ ਨੂੰ ਪਤਾ ਹੋਣਾ ਚਾਹੀਦਾ। ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਕਿਹੜਾ ਹੈਗਾ? ਲੁਧਿਆਣਾ।
ਆਹ ਆਪਰੇਸ਼ਨ ਦੇ ਵਿੱਚ ਭਾਈ ਥੋੜੀ ਜਿਹੀ ਖਰਾਬੀ ਹੈ, ਇਹ ਤੁਸੀਂ ਨਹੀਂ ਕਰਨਾ। ਇਸ ਤੋਂ ਬਾਅਦ ਕਿਸ ਸਾਲ ਹਾਈਦਸਪਸ ਕਿਹਨੂੰ ਕਹਿੰਦੇ ਨੇ ਆਪਾਂ? ਜਹਿਲਮ ਨੂੰ। ਜਹਿਲਮ ਤੇ ਜਿਹੜੀ ਲੜਾਈ ਹੋਈ ਸੀ ਉਹ ਅਲੈਗਜ਼ੈਂਡਰ ਸੀ ਜਿਹੜਾ ਤੇ ਰਾਜਾ ਪੋਰਸ ਸੀ, ਇਹਨੇ ਕਦੋਂ ਉਹ ਕਰਿਆ ਸੀ? ਇਹਨਾਂ ਨੇ ਲੜਾਈ ਕੀਤੀ ਸੀ ਅਲੈਗਜ਼ੈਂਡਰ ਤੇ ਰਾਜਾ ਪੋਰਸ ਨੇ। ਠੀਕ ਹੈ, ਇਹ ਸਿਕੰਦਰ ਦਾ ਸੀ, ਸਿਕੰਦਰ ਦਾ ਉਹ ਸੀ ਇਹ ਸੈਨਾਪਤੀ। ਠੀਕ ਹੈ, ਤੇ ਸਿਕੰਦਰ ਕੌਣ ਸੀ? ਇਹ ਮਕਦੂਨੀਆ ਦੇ ਰਾਜੇ ਫਿਲਿੱਪ ਦਾ ਪੁੱਤਰ ਸੀ। ਕੌਣ? ਸਿਕੰਦਰ। ਇੱਕ ਜਨਾਨੀ ਸੀ, ਯੂਨਾਨੀ ਰਾਜਾ ਸੀ ਇਹ। ਠੀਕ ਹੈ, ਮਕਦੂਨੀਆ ਦੇ ਰਾਜੇ ਫਿਲਿੱਪ ਦਾ ਪੁੱਤਰ ਸੀ। ਕੌਣ? ਸਿਕੰਦਰ। ਸਿਕੰਦਰ ਦਾ ਸੈਨਾਪਤੀ ਕੌਣ ਸੀ? ਅਲੈਗਜ਼ੈਂਡਰ। ਇਹਦੇ ਰਾਜਾ ਪੋਰਸ ਨਾਲ ਜਹਿਲਮ ਦੇ ਇਹਨਾਂ ਦੀ ਲੜਾਈ ਹੋਈ ਸੀ। ਕਦੋਂ ਹੋਈ ਸੀ ਇਹ ਲੜਾਈ? ਇਹ ਹੋਈ ਸੀ ਭਾਈ 326 BC ਦੇ ਵਿੱਚ। ਇਸ ਤੋਂ ਬਾਅਦ ਲੀ ਕੋਰਬਿਜ਼ਰ ਜਿਹਨੇ ਚੰਡੀਗੜ੍ਹ ਦੀ ਸਥਾਪਨਾ ਕੀਤੀ ਸੀ। ਠੀਕ ਹੈ, ਚੰਡੀਗੜ੍ਹ ਦਾ ਆਰਕੀਟੈਕਚਰ ਬਣਾਇਆ ਸੀ, ਸਥਾਪਨਾ ਦੀ ਆਰਕੀਟੈਕਚਰ ਬਣਾਇਆ ਸੀ। ਤਾਂ ਇਹ ਕਿੱਥੋਂ ਦਾ ਸੀ? ਫ੍ਰੈਂਚ ਸੀ। ਇਸਨੂੰ ਪਹਿਲਾਂ ਹੀ ਕਰਵਾ ਕੇ ਗਿਆ ਭਾਈ ਮੈਂ। ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਸਭ ਤੋਂ ਵੱਧ ਆਬਾਦੀ ਹੈ? ਤਾਂ ਹਰੇਕ ਬੱਚੇ ਨੂੰ ਪਤਾ ਹੋਊਗਾ, ਲੁਧਿਆਣਾ ਦੇ ਵਿੱਚ ਸਭ ਤੋਂ ਵੱਧ ਆਬਾਦੀ ਹੈਗੀ। ਜਿਸ ਨੇ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਕੀਤੀ ਕਿਹੜੇ ਗੁਰੂ ਜੀ ਨੇ? ਉਹ ਆਪਣੇ ਨੇ ਰਾਮਦਾਸ ਜੀ, ਜਿਨ੍ਹਾਂ ਨੇ ਅੰਮ੍ਰਿਤਸਰ ਦੀ ਸਥਾਪਨਾ ਕੀਤੀ। ਅਤੇ ਇੱਥੇ ਅੰਮ੍ਰਿਤਸਰ ਦੇ ਵਿੱਚ 2 ਸਰੋਵਰ ਵੀ ਬਣਾਏ ਹੋਏ ਆ, ਜਿਨ੍ਹਾਂ ਦਾ ਇੱਕ ਦਾ ਨਾਂ ਹੈਗਾ ਅੰਮ੍ਰਿਤਸਰ, ਇੱਕ ਦਾ ਨਾਂ ਹੈਗਾ ਸੰਤੋਖਸਰ। ਇਹ ਵੀ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਪੰਜਾਬ ਦਾ ਰਾਜ ਪੰਛੀ ਕਿਹੜਾ ਹੈਗਾ? ਪੰਛੀ ਦੀ ਗੱਲ ਕੀਤੀ ਤਾਂ ਪੰਛੀ ਆਪਣਾ ਹੈਗਾ ਬਾਜ। ਕਿਸ ਸਾਲ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਹੋਈ ਸੀ? ਵੈਰੀ ਇੰਪੋਰਟੈਂਟ ਪ੍ਰਸ਼ਨ ਆ ਭਾਈ। ਕਿਹੜੇ ਸਾਲ ਸੀ ਜਿਹੜੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਹੋਈ ਸੀ? ਅੰਮ੍ਰਿਤਸਰ ਸਾਹਿਬ ਦੀ ਦੱਸੋ ਪੁੱਤਰੋ, ਦੱਸੋ ਜੀ। 1576, 1599, 1592 ਕਿ 1603? 1603 ਤਾਂ ਹੋ ਹੀ ਨਹੀਂ ਸਕਦਾ। ਠੀਕ ਹੈ, ਆਪਸ਼ਨ ਰਹੇਗੀ ਆਹ। ਤਾਂ ਇਹਨਾਂ ਦੇ ਵਿੱਚੋਂ 1576 ਈਸਵੀ ਦੇ ਵਿੱਚ ਕੀ ਹੋਇਆ ਸੀ ਭਾਈ? 1576 ਈਸਵੀ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਕੀਤੀ ਗਈ ਸੀ। ਕਿਹਦੇ ਦੁਆਰਾ? ਸ਼੍ਰੀ ਗੁਰੂ ਰਾਮਦਾਸ ਜੀ ਦੁਆਰਾ ਕੀਤੀ ਗਈ ਸੀ। ਇਹ ਗੱਲ ਤੁਸੀਂ ਆਪਣੇ ਦਿਮਾਗ 'ਚ ਚੰਗੀ ਤਰ੍ਹਾਂ ਬਿਠਾ ਲਓ। ਇਸ ਤੋਂ ਬਾਅਦ ਅੱਗੇ ਸਿੱਖ ਸਾਮਰਾਜ ਦੇ ਸੰਸਥਾਪਕ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈਗਾ? ਠੀਕ ਹੈ, ਇਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਹਾਂ ਸਿੱਖ ਅੰਪਾਇਰ। ਹੂ ਇਜ਼ ਨੋਨ ਐਸ ਦਾ ਫਾਊਂਡਰ ਆਫ ਸਿੱਖ ਅੰਪਾਇਰ? ਤਾਂ ਇਹ ਕਿਹਾ ਜਾਂਦਾ ਆਪਣੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ। ਤਾਂ ਡੀ ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਹੈ। ਅਕਾਲ ਤਖਤ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ? ਅਕਾਲ ਤਖਤ ਦਾ ਨਿਰਮਾਣ ਇਹਦਾ ਤੁਹਾਨੂੰ ਪਤਾ ਹੀ ਹੈਗਾ 1609 ਦੇ ਵਿੱਚ ਕਰਵਾਇਆ ਸੀ। ਕਿਹਨੇ ਕਰਵਾਇਆ ਸੀ? ਨਾਨਕ ਦੇਵ ਜੀ ਤਾਂ ਕਰਵਾ ਹੀ ਨਹੀਂ ਸਕਦੇ, ਕਿਉਂਕਿ ਗੱਲ ਹੋ ਰਹੀ ਹੈ 1609 ਦੀ। ਅਰਜਨ ਦੇਵ ਜੀ ਵੀ ਨਹੀਂ ਕਰਵਾ ਸਕਦੇ, ਕਿਉਂਕਿ ਅਰਜਨ ਦੇਵ ਜੀ ਤਾਂ 1606 ਦੇ ਵਿੱਚ ਸ਼ਹੀਦ ਹੋ ਗਏ ਸੀ। ਸ੍ਰੀ ਹਰੀ ਕ੍ਰਿਸ਼ਨ ਇਹ ਤੋਂ ਬਾਅਦ ਆਏ ਆ। ਤਾਂ ਇਹਨਾਂ ਦੇ ਸਮੇਂ ਦੇ ਵਿੱਚ ਕਿਹੜੇ ਸੀ? ਸ਼੍ਰੀ ਗੁਰੂ ਹਰਗੋਬਿੰਦ ਜੀ ਸੀ। ਤਾਂ ਇਹਦਾ ਆਨਸਰ ਡੀ ਨੰਬਰ ਆਪਸ਼ਨ ਆ ਜਾਊਗਾ। ਇਹਨਾਂ ਵਿੱਚੋਂ ਠੀਕ ਹੈ ਕਿਹੜੇ ਆਪਣੇ ਸਿੱਖ ਗੁਰੂ ਆ ਜਿਨ੍ਹਾਂ ਨੇ ਕਿਹਾ ਸੀ ਕਿ ਸਿੱਖ ਨੇ ਆਪਣੇ 5 ਕਕਾਰ ਕਦੇ ਨਹੀਂ ਛੱਡਣੇ? ਕਛਹਿਰਾ, ਕੜਾ, ਕਿਰਪਾਨ, ਕੰਘਾ ਅਤੇ ਕੇਸ। ਇਹ ਸਾਰੇ ਚੀਜ਼ਾਂ ਉਹਨਾਂ ਨੇ ਆਪਦੇ ਕੋਲ ਰੱਖਣੀਆਂ ਹਮੇਸ਼ਾ। ਕੇਸ ਵੀ ਰੱਖਣੇ ਆ, ਕੰਘਾ ਵੀ ਰੱਖਣਾ ਕੇਸ ਦੇ ਵਿੱਚ, ਕਿਰਪਾਨ, ਕੜਾ ਅਤੇ ਕਛਹਿਰਾ, ਇਹ ਚੀਜ਼ਾਂ ਕਦੇ ਨਹੀਂ ਭੁੱਲਣੀਆਂ। ਤਾਂ ਇਹ ਗੱਲ ਕਿਹਨੇ ਕਹੀ ਸੀ? ਗੁਰੂ ਨਾਨਕ ਦੇਵ ਜੀ ਤਾਂ ਕਹਿ ਨਹੀਂ ਸਕਦੇ, ਕਿਉਂਕਿ ਇਹ ਗੱਲ ਕਹੀ ਸੀ ਖਾਲਸਾ ਪੰਥ ਵਾਲੇ ਦਿਨ, ਜਦੋਂ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ। ਤਾਂ ਇਹ ਸਥਾਪਨਾ ਕਿਹਨੇ ਕੀਤੀ ਸੀ ਖਾਲਸਾ ਪੰਥ ਦੀ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ। ਸੀ ਨੰਬਰ ਆਪਸ਼ਨ ਬਿਲਕੁਲ ਸਹੀ ਆਨਸਰ ਹੈ ਇਹਦਾ। ਪੰਜਾਬੀ ਯੂਨੀਵਰਸਿਟੀ ਪਹਿਲੀ ਵਾਰ ਕਦੋਂ ਸਥਾਪਿਤ ਕੀਤੀ ਗਈ ਸੀ? ਪੰਜਾਬੀ ਯੂਨੀਵਰਸਿਟੀ ਪਹਿਲੀ ਸੀ ਜਿਹੜੀ ਸਭ ਤੋਂ ਪਹਿਲੀ, ਇਹ ਕਦੋਂ ਸਥਾਪਿਤ ਕੀਤੀ ਗਈ ਸੀ? ਠੀਕ ਹੈ, ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੱਲ ਨਹੀਂ ਕਰ ਰਹੇ, ਵੈਸੇ ਕਹਿ ਰਹੇ ਨੇ ਕਿ ਪਹਿਲੀ ਪੰਜਾਬੀ ਯੂਨੀਵਰਸਿਟੀ ਕਿੱਥੇ ਕਦੋਂ ਸਥਾਪਿਤ ਕੀਤੀ ਗਈ ਸੀ? ਤਾਂ ਇਹ ਸਥਾਪਿਤ ਕੀਤੀ ਗਈ ਸੀ 1947 ਦੇ ਵਿੱਚ। ਗਿਆਨਪੀਠ ਪੁਰਸਕਾਰ ਆਪਾਂ ਹੁਣੀ ਕਰਕੇ ਗਏ ਪਿਛਲੀ ਵਾਰ। ਗਿਆਨਪੀਠ ਪੁਰਸਕਾਰ ਗੁਰਦਿਆਲ ਸਿੰਘ ਨੂੰ ਮਿਲਿਆ ਸੀ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਇਹਨਾਂ ਨੇ ਇਹ ਨਹੀਂ ਪੁੱਛਿਆ ਕਿ ਮਿਲਿਆ ਕਾਹਦੇ 'ਚ ਸੀ। ਗਿਆਨਪੀਠ ਪੁਰਸਕਾਰ ਤਾਂ ਅੰਮ੍ਰਿਤਾ ਨੂੰ ਵੀ ਮਿਲਿਆ ਵਾ, ਗੁਰਦਿਆਲ ਸਿੰਘ ਨੂੰ ਵੀ ਮਿਲਿਆ ਵਾ। ਜਿਹੜਾ ਪੋਇਮ ਦੇ ਵਿੱਚ ਪੁੱਛ ਲੈਂਦੇ ਤਾਂ ਇਹਨਾਂ ਨੂੰ ਲਿਖਿਆ, ਜੇ ਨਾਵਲ ਦੇ ਵਿੱਚ ਪੁੱਛਿਆ ਫਿਰ ਗੁਰਦਿਆਲ ਸਿੰਘ ਨੂੰ ਮਿਲਿਆ। ਤਾਂ ਇਹ ਪ੍ਰਸ਼ਨ ਥੋੜ੍ਹਾ ਜਿਹਾ ਆਨਸਰ ਸਹੀ ਹੈ, ਪਰ ਇਹਨੇ ਇਹ ਨਹੀਂ ਦੱਸਿਆ ਉੱਪਰ ਕੀ ਕਿਹਦੇ ਨਾਲ ਕਰਨਾ ਸੀ ਇਹ। ਇਸ ਤੋਂ ਬਾਅਦ ਅਗਲਾ, ਕਿਸ ਸਾਲ ਅੰਮ੍ਰਿਤਾ ਪ੍ਰੀਤਮ ਦਾ ਨਾਵਲ ਪਿੰਜਰ ਪ੍ਰਕਾਸ਼ਿਤ ਹੋਇਆ? ਪਿੰਜਰ ਕਿਹਦਾ ਨਾਵਲ ਹੈਗਾ? ਅੰਮ੍ਰਿਤਾ ਪ੍ਰੀਤਮ ਦਾ ਹੈਗਾ। ਠੀਕ ਹੈ, ਅਤੇ ਜਿਹੜਾ ਇਹਨਾਂ ਨੂੰ ਇਹਦੇ ਵਾਸਤੇ ਜਿਹੜਾ ਇਹਨਾਂ ਨੂੰ ਉਹ ਮਿਲਿਆ ਸੀ, ਪ੍ਰਕਾਸ਼ਿਤ ਕਦੋਂ ਹੋਇਆ ਸੀ? ਪ੍ਰਕਾਸ਼ਿਤ ਦੀ ਗੱਲ ਕਰ ਰਹੇ ਨੇ ਤਾਂ ਦੱਸੋ 47, 50, 52 ਕਿ 55? ਕਦੋਂ ਹੋਇਆ ਸੀ ਸਥਾਪਿਤ ਭਾਈ? ਇਹ ਹੋਇਆ ਸੀ 1950 ਦੇ ਵਿੱਚ ਸਥਾਪਿਤ ਹੋਇਆ ਸੀ। ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ। ਗੁਰੂ ਨਾਨਕ ਦੇਵ ਜੀ ਦੇ ਵਫਾਦਾਰ ਸੇਵਾ ਮਰਦਾਨਾ ਦੁਆਰਾ ਕਿਹੜਾ ਸਾਜ਼ ਵਜਾਇਆ ਜਾਂਦਾ ਸੀ? ਰਬਾਬ, ਤਾਨਪੁਰਾ, ਸਤਾਰ ਕੇ ਬੀਨਾ? ਬੀਨਾ ਦੇਖੋ ਆਨਸਰ ਨਹੀਂ ਹੈਗਾ ਬੀਨਾ ਤਾਂ ਉਹ ਆ ਜਿਹੜਾ ਸਭ ਤੋਂ ਪੁਰਾਣਾ ਸਾਜ਼ ਪੁੱਛ ਲਏ। ਜੇ ਕੋਈ ਤੁਹਾਡੇ ਤੋਂ ਸਭ ਤੋਂ ਪੁਰਾਣਾ ਸਾਜ਼ ਪੁੱਛ ਲਏ
ਤਾਂ ਤੁਸੀਂ ਬਿਨਾਂ ਆਨਸਰ ਲਾ ਕੇ ਆਉਣਾ। ਪਰ ਇਹ ਸਵਾਲ ਦਾ ਜਿਹੜਾ ਸਹੀ ਆਨਸਰ ਹੈ ਉਹ ਰਬਾਬ ਹੈਗਾ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਕਿਹੜੇ ਸਿੱਖ ਗੁਰੂ ਨੇ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਿਹਾ? ਤਾਂ ਇਹ ਭਾਈ ਸੱਚਾ ਪਾਤਸ਼ਾਹ ਕਿਹਾ ਸੀ ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ ਕਿਹਾ ਜਾਂਦਾ। ਸੱਚਾ ਪਾਤਸ਼ਾਹ ਦੀਆਂ ਬੁੱਕਸ ਦੇ ਵਿੱਚ ਕਿਹਾ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ, ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਕਿਹਾ ਗਿਆ, ਇਹ ਕਿਹਾ ਗਿਆ ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ। ਸਤਲੁਜ ਅਤੇ ਬਿਆਸ ਦੇ ਵਿਚਕਾਰਲੇ ਇਲਾਕੇ ਨੂੰ ਆਪਾਂ ਹੁਣੀ ਪੜ੍ਹ ਕੇ ਗਏ ਹਾਂ। ਮਾਝਾ ਤਾਂ ਕਿਹਾ ਜਾਂਦਾ ਭਾਈ ਬਿਆਸ ਅਤੇ ਰਾਵੀ ਦੇ ਵਿਚਕਾਰਲੇ ਇਲਾਕੇ ਨੂੰ। ਮਾਲਵਾ ਕਿਹਾ ਜਾਂਦਾ ਹੈਗਾ ਆਪਣੇ ਸਤਲੁਜ ਦੇ ਹੇਠਲੇ ਇਲਾਕੇ ਨੂੰ। ਅਤੇ ਦੁਆਬਾ ਕਿਹਾ ਜਾਂਦਾ ਬਿਆਸ ਅਤੇ ਸਤਲੁਜ ਦੇ ਵਿਚਕਾਰਲੇ ਇਲਾਕੇ ਨੂੰ। ਦਾ ਸੀ ਨੰਬਰ ਆਪਸ਼ਨ ਹੈ ਬਿਲਕੁਲ ਸਹੀ ਆਨਸਰ ਆ ਗਿਆ 19ਵੇਂ ਦਾ। ਪੰਜਾਬ ਦੇ ਵਿੱਚ ਕੁੱਲ ਕਿੰਨੇ ਜ਼ਿਲ੍ਹੇ ਆ? ਪੰਜਾਬ ਦੇ ਵਿੱਚ ਭਾਈ ਕੁੱਲ ਹੈਗੇ ਆ 23 ਜ਼ਿਲ੍ਹੇ। ਠੀਕ ਹੈ, 23 ਜ਼ਿਲ੍ਹੇ ਆ। ਠੀਕ ਹੈ, ਅਤੇ 23ਵਾਂ ਜ਼ਿਲ੍ਹਾ ਕਿਹੜਾ ਆਪਣਾ? ਮਲੇਰਕੋਟਲਾ। ਕਿਤੋਂ ਅਲੱਗ ਹੋ ਕੇ ਬਣਿਆ ਇਹ? ਸੰਗਰੂਰ ਤੋਂ। ਇਹ ਗੱਲ ਯਾਦ ਰੱਖਣੀ ਹੈ। ਪੰਜਾਬ ਦਾ ਪਹਿਲਾ ਗਵਰਨਰ ਕੌਣ ਸੀ? ਗਵਰਨਰ ਦੀ ਗੱਲ ਕਰ ਰਹੇ ਨੇ, ਇਹ ਤੁਹਾਨੂੰ ਹੁਣੀ ਕਰਵਾ ਕੇ ਗਿਆ। ਚੰਦੂ ਲਾਲ ਤ੍ਰਿਵੇਦੀ ਪੰਜਾਬ ਦਾ ਪਹਿਲਾ ਕੀ ਸੀ? ਗਵਰਨਰ ਸੀ ਭਾਈ। ਹੁਣ ਚੱਲਦੇ ਆਪਾਂ ਅਗਲੇ 'ਤੇ। ਆਜ਼ਾਦੀ ਤੋਂ ਬਾਅਦ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕੌਣ ਬਣਿਆ ਸੀ? ਇਹ ਤਾਂ ਸਾਰੇ ਬੱਚਿਆਂ ਨੂੰ ਪਤਾ ਹੋਊਗਾ, ਗੋਪੀ ਚੰਦ। ਠੀਕ ਹੈ, ਗੋਪੀ ਚੰਦ ਜੀ ਬਣੇ ਸੀ ਆਪਣੀ ਆਜ਼ਾਦੀ ਤੋਂ ਪਹਿਲੇ ਮੁੱਖ ਮੰਤਰੀ। ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਮੁੱਖ ਮੰਤਰੀ ਕੌਣ ਹਨ? ਸੇਵਾ ਨਿਭਾਉਣ ਵਾਲੇ ਹੈਗੇ ਪ੍ਰਕਾਸ਼ ਸਿੰਘ ਬਾਦਲ ਭਾਈ, ਸਭ ਤੋਂ ਲੰਬੇ ਸਮੇਂ ਤੱਕ ਇਹ ਰਹੇ ਹੈ। ਠੀਕ ਹੈ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸਥਾਪਨਾ ਕਿਦੋਂ ਕੀਤੀ ਗਈ ਸੀ? ਕਿਸ ਸਾਲ ਕੀਤੀ ਗਈ ਸੀ? ਕੱਲ੍ਹ ਮੈਂ ਤੁਹਾਨੂੰ ਕਰਵਾ ਕੇ ਗਿਆ ਸੀ ਵੀ ਕਿਹੜੇ ਐਕਟ ਦੇ ਅਧੀਨ ਇੱਕ ਸਟੇਟ ਆ ਜਿਹੜੀ 2 ਸਟੇਟਾਂ ਨੂੰ ਵੀ ਕਵਰ ਕਰ ਸਕਦੀ ਹੈ, ਇੱਕ ਹਾਈ ਕੋਰਟ, ਉਹ ਵੀ ਕਰਵਾ ਕੇ ਗਿਆ ਸੀ। ਉਹ ਵੀਡੀਓ ਵੀ ਕਰ ਲਿਓ ਕੱਲ੍ਹ ਵਾਲੀ ਸਾਰੇ। ਅਤੇ ਪੰਜਾਬ ਐਂਡ ਹਰਿਆਣਾ ਦੀ ਜਿਹੜਾ ਹਾਈ ਕੋਰਟ ਕਿਦੋਂ ਸਥਾਪਿਤ ਕੀਤਾ ਗਿਆ ਸੀ? ਇਹ ਕਰਿਆ ਗਿਆ ਸੀ 1919 ਦੇ ਵਿੱਚ। ਕਿਹੜਾ ਪੰਜਾਬ ਦਾ ਸਰਕਾਰੀ ਥਣਧਾਰੀ ਮੰਨਿਆ ਜਾਂਦਾ ਹੈ? ਪੰਜਾਬ ਦਾ ਸਰਕਾਰੀ ਥਣਧਾਰੀ ਕਿਹੜਾ ਮੰਨਿਆ ਜਾਂਦਾ? ਇਹ ਮੰਨਿਆ ਜਾਂਦਾ ਭਾਈ ਕਾਲਾ ਹਿਰਨ। ਰਣਜੀਤ ਸਿੰਘ ਜੀ ਕਿਸ ਮਿਸਲ ਦੇ ਸਨ? ਮਹਾਰਾਜਾ ਰਣਜੀਤ ਸਿੰਘ ਹੈਗੇ ਸੀ ਭਾਈ ਸ਼ੁਕਰ ਚੱਕੀਆ ਮਿਸਲ ਨਾਲ ਸੰਬੰਧਿਤ ਸਨ ਇਹ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਭੰਗੀ ਮਿਸਲ ਤੋਂ ਇਹਨਾਂ ਨੇ ਅੰਮ੍ਰਿਤਸਰ ਜਿੱਤ ਲਿਆ ਸੀ। ਇਸ ਤੋਂ ਬਾਅਦ ਅਗਲਾ, ਕਿਹੜੇ ਸਿੱਖ ਗੁਰੂ ਨੇ ਕਸ਼ਮੀਰੀ ਹਿੰਦੂ ਇਸਲਾਮ ਵਿੱਚ ਤਬਦੀਲੀ ਕਰਨ ਤੋਂ ਬਚਣ ਦੀ ਸਹਾਇਤਾ ਕੀਤੀ ਸੀ ਅਤੇ ਔਰੰਗਜ਼ੇਬ ਦੇ ਵਿਰੁੱਧ ਜਾ ਕੇ ਸ਼ਹੀਦੀ ਦਿੱਤੀ ਸੀ? ਤਾਂ ਇਹ ਭਾਈ ਸਾਰਾ ਕੁਛ ਕਰਿਆ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ, ਜਿਨ੍ਹਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਗਾ। ਠੀਕ ਹੈ, ਅਤੇ ਇਹਨਾਂ ਦਾ ਸੀਸ ਵੱਢ ਕੇ ਔਰੰਗਜ਼ੇਬ ਦੁਆਰਾ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਲਮਕਾਤਾ ਸੀ। ਉੱਥੇ ਹੀ ਅੱਜ ਦੇ ਟਾਈਮ ਦੇ ਵਿੱਚ ਕਿਹੜਾ ਗੁਰਦੁਆਰਾ ਬਣਿਆ ਹੋਇਆ? ਸੀਸਗੰਜ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਪੁਰਾਣਾ ਮੋਤੀ ਬਾਗ ਕਿਸ ਦੇ ਦੁਆਰਾ ਬਣਾਇਆ? ਇਹ ਮੋਤੀ ਮਹਿਲ ਕਿਸ ਦੁਆਰਾ ਬਣਾਇਆ ਗਿਆ ਹੈਗਾ? ਇਹ ਬਣਾਇਆ ਗਿਆ ਨਰਿੰਦਰ ਸਿੰਘ ਦੁਆਰਾ। ਪਹਿਲਾਂ ਵੀ ਪ੍ਰਸ਼ਨ ਕਰਵਾ ਕੇ ਗਿਆ, ਉਹੀ ਪ੍ਰਸ਼ਨ ਦੁਬਾਰਾ ਫਿਰ ਰਿਪੀਟ ਹੋ ਗਿਆ। ਹੋਲਾ ਮਹੱਲਾ ਕਿੰਨੇ ਦਿਨਾਂ ਤੱਕ ਕਿੰਨੇ ਦਿਨਾਂ ਲਈ ਮਨਾਇਆ ਜਾਂਦਾ? ਹੋਲਾ ਮਹੱਲਾ ਕਿੰਨੇ ਦਿਨ ਚੱਲਦਾ ਭਾਈ? 2 ਦਿਨ, 3 ਦਿਨ, 4 ਦਿਨ ਜਾਂ 5 ਦਿਨ? ਤਾਂ ਇਹਦਾ ਆਨਸਰ ਹੈਗਾ B ਨੰਬਰ ਆਪਸ਼ਨ। ਜਿਹੜਾ ਹੋਲਾ ਮਹੱਲਾ ਇਹ 3 ਦਿਨ ਮਨਾਇਆ ਜਾਂਦਾ ਲਗਾਤਾਰ। ਜਨਮ ਸਾਖੀਆਂ ਦਾ ਸੰਬੰਧ ਕਿਸ ਨਾਲ ਹੈ? ਜਿਹੜੇ ਜਨਮ ਸਾਖੀਆਂ ਬੱਚਿਓ, ਇਹਨਾਂ ਦਾ ਸੰਬੰਧ ਕਿਸ ਨਾਲ ਹੈ? ਜਿਹੜੇ ਜਨਮ ਸਾਖੀਆਂ ਦਾ ਸੰਬੰਧ ਹੈਗਾ ਆਪਣੇ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਰਾਮਦਾਸ ਜੀ ਕਿ ਰਾਮਦਾਸ ਜੀਵਨੀ ਨਾਲ। ਤਾਂ ਵੀ ਇਹਨਾਂ ਦਾ ਸੰਬੰਧ ਹੈਗਾ ਆਪਣੇ ਸ਼੍ਰੀ ਗੁਰੂ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ। ਹੀਰ ਰਾਂਝੇ ਦਾ ਕਿੱਸਾ, ਹੀਰ ਰਾਂਝਾ ਕਿਸ ਨੇ ਲਿਖੀ ਸੀ? ਵਾਰਿਸ ਸ਼ਾਹ ਨੇ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਹੀਰ ਰਾਂਝਾ ਕਿਹਨੇ ਲਿਖੀ ਸੀ? ਵਾਰਿਸ ਸ਼ਾਹ ਨੇ। ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ਸੀ? ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ 1780 ਈਸਵੀ ਦੇ ਵਿੱਚ, ਅਤੇ ਡੈਥ ਹੋਈ ਸੀ 1839 ਦੇ ਵਿੱਚ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ, ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਪੇਪਰ ਦੇ ਪੁਆਇੰਟ ਆਫ ਵਿਊ ਤੋਂ। ਇਹ ਕਿਸੇ ਵੀ ਬੱਚੇ ਨੇ ਮਿਸ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। ਪੰਜਾਬ ਦੇ ਵਿੱਚ ਪਹਿਲੀ ਸਿੱਖ ਲੜਾਈ ਕਦੋਂ ਹੋਈ ਸੀ? ਪਹਿਲੀ ਐਂਗਲੋ ਸਿੱਖ ਵਾਰ, ਆਪਣੇ 2 ਐਂਗਲੋ ਸਿੱਖ ਵਾਰਾਂ ਹੋਈਆਂ ਗਈਆਂ। ਪਹਿਲੀ ਤਾਂ ਹੋਈ ਸੀ 1800 ਦੇਖੋ ਇਹਦੇ ਵਿੱਚ ਨਾ ਥੋੜ੍ਹੀ ਕੰਟਰੋਵਰਸੀ ਹੈ। ਅੱਧੀਆਂ ਬੁੱਕਸ ਦੇ ਵਿੱਚ 1842 ਤੋਂ 43 ਤੋਂ 44 ਵੀ ਮਿਲੂਗਾ, ਅੱਧੀਆਂ 'ਚੋਂ 44 ਤੋਂ 45 ਵੀ ਮਿਲੂਗਾ। ਠੀਕ ਹੈ, ਇਹ ਚੀਜ਼ ਮਿਲਦੀ ਹੈ। ਤਾਂ ਹੁਣ ਇਹਦੇ ਵਿੱਚ ਥੋੜ੍ਹਾ ਜਿਹਾ ਬੰਦੇ ਨੂੰ ਇਹ ਕਨਫਿਊਜ਼ਨ ਹੋ ਜਾਂਦੀ ਕਿ ਆਪਾਂ ਕਿਹੜੀ ਨਿਸ਼ਾਨੀ ਲਾ ਕੇ ਆਈਏ। ਤਾਂ ਦੇਖੋ ਆਪਾਂ ਪੜ੍ਹਿਆ ਹੈਗਾ ਹੁਣ ਤੱਕ 44 ਅਤੇ 45 ਪੜ੍ਹਿਆ ਹੋਇਆ ਆਪਾਂ 44 ਅਤੇ 45 ਅਤੇ 44 ਅਤੇ 45 ਕਿਤੇ ਆ ਨਹੀਂ ਰਿਹਾ, 45 ਅਤੇ 46 ਆ ਰਿਹਾ, ਤਾਂ ਆਪਾਂ ਆਹ ਲਾਵਾਂਗੇ। ਜੇ ਪੁੱਛ ਲੈਂਦੇ ਇੱਥੇ ਦੂਸਰੀ ਲੜਾਈ ਕਦੋਂ ਹੋਈ ਹੈ? ਦੂਸਰੀ ਹੋਈ ਸੀ 1849 ਤੋਂ 50 ਦੇ ਵਿੱਚ ਲਾ ਕੇ ਆਵਾਂਗੇ ਆਪਾਂ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਪਹਿਲੀ ਸਿੱਖ ਐਂਗਲੋ ਵਾਰ ਦੇ ਵਿੱਚ 5 ਲੜਾਈਆਂ ਹੋਈਆਂ ਸੀ, ਦੂਸਰੀ ਦੇ ਵਿੱਚ 4 ਲੜਾਈਆਂ ਹੋਈਆਂ ਸੀ। ਠੀਕ ਹੈ,
ਪਹਿਲੀ ਜਿਹੜੀ ਐਂਗਲੋ ਸਿੱਖ ਵਾਰ ਸੀ ਉਹ 'ਚ ਆਪਾਂ ਇੱਕ ਹੀ ਚੜ੍ਹਾਈ ਜਿੱਤੀ ਸੀ, ਉਹ ਕਿਹੜੀ ਜਿੱਤੀ ਸੀ? ਬੱਦੋਵਾਲ ਦੀ। ਪੰਜਾਬੀ ਲਈ ਸਾਹਿਤ ਅਕਾਦਮੀ ਪੁਰਸਕਾਰ ਦਾ ਪਹਿਲਾ ਜੇਤੂ ਕੌਣ ਹੈ? ਠੀਕ ਹੈ, ਪਰ ਇਹ ਆਪਾਂ ਹੁਣੀ ਪੜ੍ਹ ਕੇ ਗਏ ਆਪਰੇਸ਼ਨ, ਦੁਬਾਰੇ ਰਿਪੀਟ ਹੋ ਕੇ ਆ ਗਿਆ ਇਹ। ਪਹਿਲਾਂ ਵਾਲੀ PDF ਦੇ ਵਿੱਚ ਜਿਹੜਾ ਪਾਏ ਸੀ, ਕੌਣ ਆ ਭਾਈ ਇਹ ਹੈਗੇ ਆਪਣੇ ਭਾਈ ਵੀਰ ਸਿੰਘ ਜੀ। ਠੀਕ ਹੈ, ਪੰਜਾਬੀ ਸਾਹਿਤ ਅਕੈਡਮੀ ਦੇ ਵਿੱਚ ਇਹਨਾਂ ਨੇ ਆਪਣਾ ਵਿਸ਼ੇਸ਼ ਰੋਲ ਅਦਾ ਕੀਤਾ ਸੀ। ਠੀਕ ਹੈ, ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ। 1956 ਦੇ ਵਿੱਚ ਅੰਮ੍ਰਿਤਾ ਪ੍ਰੀਤਮ ਨੇ ਜਿਹੜਾ ਉਹ ਜਿੱਤਿਆ ਸੀ ਗਿਆਨਪੀਠ ਪੁਰਸਕਾਰ ਜਿੱਤਿਆ ਸੀ ਇਹਨੇ, ਕਿਹੜਾ ਨਾ ਸਾਹਿਤ ਅਕੈਡਮੀ, ਸੌਰੀ 1956 ਦੇ ਵਿੱਚ ਇਹਨੇ ਜਿੱਤਿਆ ਸੀ ਸਾਹਿਤ ਅਕੈਡਮੀ ਪੁਰਸਕਾਰ। ਜਿਹੜੇ ਪੁਰਸਕਾਰ ਜਿੱਤਿਆ ਸੀ ਇਹਨੂੰ ਕਾਹਦੇ ਵਾਸਤੇ ਜਿੱਤਿਆ ਸੀ? ਨਾਗਮਣੀ, ਕਸੂਤਰੀ, ਸਨੇਹ ਕੇ ਅੰਮ੍ਰਿਤ ਲਹਿਰਨ। ਤਾਂ ਇਹਨਾਂ ਨੂੰ ਇਹ ਜਿਹੜੇ ਮਿਲਿਆ ਸੀ ਭਾਈ, ਇਹ ਮਿਲਿਆ ਸੀ ਇਹਨੂੰ ਸਨੇਹ ਕਰਕੇ। ਠੀਕ ਹੈ, ਸਨੇਹ ਕਰਕੇ ਅੰਮ੍ਰਿਤਾ ਪ੍ਰੀਤਮ ਜੀ ਨੂੰ ਇਹ ਮਿਲਿਆ ਸੀ, ਇਹ ਗੱਲ ਯਾਦ ਰੱਖਣੀ ਹੈ। ਅਕਾਲ ਤਖਤ ਦੇ ਪਹਿਲੇ ਜਥੇਦਾਰ ਕੌਣ ਸਨ? ਬਹੁਤ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ। ਅਕਾਲ ਤਖਤ ਦੇ ਪਹਿਲੇ ਜਥੇਦਾਰ ਭਾਈ ਮਣੀ ਸਿੰਘ, ਭਾਈ ਗੁਰਦਾਸ ਦਰਬਾਰਾ ਸਿੰਘ ਕੇ ਅੰਮ੍ਰਿਤ ਲਹਿਰਨ। ਦੱਸੋ ਭਾਈ ਪਹਿਲੇ ਕਿਹੜੇ ਸਨ? ਤਾਂ ਭਾਈ ਇਹਦਾ ਆਨਸਰ, ਸਹੀ ਆਨਸਰ ਹੈਗਾ ਇਹਦਾ ਪਹਿਲਾ ਭਾਈ ਗੁਰਦਾਸ ਜੀ। ਠੀਕ ਹੈ, ਭਾਈ ਗੁਰਦਾਸ ਜੀ ਸੀ ਜਿਹੜੇ ਇਹ ਅਕਾਲ ਤਖਤ ਦੇ ਪਹਿਲੇ ਜਥੇਦਾਰ ਸਨ। ਪਦਮ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲਾ ਪਹਿਲਾ ਪੰਜਾਬ ਦਾ ਪਹਿਲਾ ਵਿਅਕਤੀ ਕੌਣ ਹੈ? ਪਦਮ ਵਿਭੂਸ਼ਣ ਨਾਲ। ਭਾਰਤ ਰਤਨ, ਠੀਕ ਹੈ, ਪਦਮ ਭੂਸ਼ਣ, ਪਦਮ ਵਿਭੂਸ਼ਣ, ਪਦਮ ਸ਼੍ਰੀ, ਇਹ ਚਾਰ ਆ ਲਗਾਤਾਰ। ਸਭ ਤੋਂ ਉੱਚਾ ਹੈਗਾ ਭਾਰਤ ਰਤਨ। ਇਹ ਜਿਹੜਾ ਇਹ ਪਦਮ ਵਿਭੂਸ਼ਣ ਹੈਗਾ ਇਹ ਤੀਸਰੇ ਨੰਬਰ 'ਤੇ ਆ ਜਾਂਦਾ ਹੈ। ਇਹ ਕਿਹਨੂੰ ਮਿਲਿਆ ਸੀ? ਕਹਿੰਦੇ ਪਹਿਲਾ ਵਿਅਕਤੀ ਕਿਹੜਾ ਜਿਹਨੂੰ ਇਹ ਮਿਲਿਆ ਸੀ ਪੰਜਾਬੀ ਹੈ ਜਿਹੜਾ, ਤਾਂ ਇਹ ਮਿਲਿਆ ਸੀ ਭਾਈ ਆਪਣੇ ਹਰਬਖਸ਼ ਸਿੰਘ ਨੂੰ। ਹਰਬਖਸ਼ ਸਿੰਘ ਨੂੰ ਮਿਲਿਆ ਸੀ ਇਹ। ਠੀਕ ਹੈ ਪੁੱਤਰੋ, ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਪਦਮ ਸ਼੍ਰੀ ਪੁਰਸਕਾਰ, ਹੂ ਇਜ਼ ਦਾ ਫਸਟ ਪਰਸਨ ਟੂ ਪੰਜਾਬ, ਜਿਹਨੂੰ ਪਦਮ ਸ਼੍ਰੀ ਮਿਲਿਆ ਸੀ। ਪਦਮ ਸ਼੍ਰੀ ਪੁਰਸਕਾਰ ਕਿਹਨੂੰ ਮਿਲਿਆ ਸੀ? ਪੰਜਾਬ ਦਾ ਪਹਿਲਾ ਵਿਅਕਤੀ ਕੌਣ ਹੈ? ਆ ਪਿਆ ਇੱਦਾਂ ਪ੍ਰਸ਼ਨ ਇੱਧਰ ਆ ਗਿਆ। ਪਦਮ ਸ਼੍ਰੀ ਪੁਰਸਕਾਰ ਪ੍ਰਾਪਤ ਕਰਨ ਵਾਲਾ, ਠੀਕ ਹੈ, ਪਹਿਲਾ ਵਿਅਕਤੀ ਕੌਣ ਹੈਗਾ? ਦੱਸੋ ਭਾਈ ਕਿਹੜਾ? ਰਾਮ ਸਿੰਘ ਹੈ, ਸੋਹਣ ਸਿੰਘ ਹੈ, ਤਰਲੋਕ ਸਿੰਘ ਹੈ ਕਿ ਕੇਵਲ ਸਿੰਘ ਚੌਧਰੀ ਹੈ? ਤਾਂ ਭਾਈ ਇਹ ਹੈਗਾ ਆਪਣਾ ਤਰਲੋਕ ਸਿੰਘ ਹੈਗਾ, ਜਿਹਨੂੰ ਪਦਮ ਸ਼੍ਰੀ ਪੁਰਸਕਾਰ, ਪਦਮ ਸ਼੍ਰੀ ਪ੍ਰਾਪਤ ਕਰਨ ਵਾਲਾ ਚੌਥੇ ਨੰਬਰ 'ਤੇ ਆਉਂਦਾ ਹੈ ਪਦਮ ਸ਼੍ਰੀ। ਇਹ ਪੁਰਸਕਾਰ ਮਿਲਿਆ ਸੀ ਤਰਲੋਕ ਸਿੰਘ ਨੂੰ। ਜਦੋਂ ਪੰਜਾਬ ਕ੍ਰਿਕਟ ਟੀਮ ਨੇ ਰਣਜੀ ਟਰੋਫੀ ਟੂਰਨਾਮੈਂਟ ਫਾਈਨਲ ਜਿੱਤਿਆ, ਜਦੋਂ ਪੰਜਾਬ ਕ੍ਰਿਕਟ ਟੀਮ ਨੇ ਰਣਜੀ ਟਰੋਫੀ ਟੂਰਨਾਮੈਂਟ ਫਾਈਨਲ ਜਿੱਤਿਆ, ਕਿਦੋਂ ਜਿੱਤਿਆ ਸੀ ਇਹਨਾਂ ਨੇ? ਤਾਂ ਇਹਨਾਂ ਨੇ 90-91 ਦੇ ਵਿੱਚ, 92-93 ਦੇ ਵਿੱਚ, 95-96 ਦੇ ਵਿੱਚ, 97-98 ਦੇ ਵਿੱਚ। ਤਾਂ ਇਹ ਜਿੱਤਿਆ ਸੀ ਭਾਈ ਇਹਨਾਂ ਨੇ 92-93 ਦੇ ਵਿੱਚ। ਇਹ ਗੱਲ ਯਾਦ ਰੱਖਣੀ ਹੈ। ਕਾਂਜਲੀ ਬੈਟਲੈਂਡ, ਇਹ ਪੇਪਰ ਦੇ ਵਿੱਚ ਆਈ ਹੋਈ ਹੈ ਭਾਈ। ਕਾਂਜਲੀ ਬੈਟਲੈਂਡ ਕਿੱਥੇ ਹੈ? ਇਹਨੂੰ ਆਪਾਂ ਕੰਜਾਲੀ ਵੀ ਕਹਿ ਦਿੰਦੇ, ਕੰਜਾਲੀ ਬੈਟਲੈਂਡ। ਤਾਂ ਇਹ ਹੈਗੀ ਭਾਈ ਆਪਣੇ ਗੁਰਦਾਸਪੁਰ, ਫਿਰੋਜ਼ਪੁਰ, ਕਪੂਰਥਲਾ ਕਿ ਲੁਧਿਆਣਾ। ਤਾਂ ਭਾਈ ਕੱਕੇ ਦੇ ਕਾਂਜਲੀ, ਕੱਕੇ ਦੇ ਕਪੂਰਥਲਾ। C ਨੰਬਰ ਆਪਸ਼ਨ ਬਿਲਕੁਲ ਸਹੀ ਆਨਸਰ ਹੈ ਇਹਦਾ। ਇਸ ਤੋਂ ਬਾਅਦ ਅਗਲਾ, ਕਿਹੜੀ ਪਹਿਲੀ ਪੰਜਾਬੀ ਫਿਲਮ ਹੈ ਜਿਸ ਨੇ ਪੰਜਾਬੀ ਵਿੱਚ ਸਰਬੋਤਮ ਫੀਚਰ ਫਿਲਮ ਦਾ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਿਆ? ਠੀਕ ਹੈ, ਇਹਦਾ ਇੰਗਲਿਸ਼ ਦੇ ਵਿੱਚ ਆਪਾਂ ਕਿਵੇਂ ਲਿਖਾਂਗੇ? ਹੂ ਵਿੱਚ ਵਨ ਇਜ਼ ਦਾ ਫਸਟ ਪੰਜਾਬੀ ਫਿਲਮ ਟੂ ਬੌਨ ਨੈਸ਼ਨਲ ਫਿਲਮ ਅਵਾਰਡ ਫੋਰ ਬੈਸਟ ਫੀਚਰ ਫਿਲਮ ਇਨ ਪੰਜਾਬੀ। ਪੰਜਾਬੀ ਦੇ ਵਿੱਚ ਕਿਹਨੇ ਜਿੱਤਿਆ ਭਾਈ? ਦੱਸੋ ਪਹਿਲੀ ਪੰਜਾਬੀ ਫਿਲਮ ਕਿਹੜੀ ਹੈ? ਜੱਗਾ, ਸੱਸੀ ਪੁੰਨੂ, ਸਤਲੁਜ ਦੇ ਕੰਢੇ ਕਿ ਚੌਧਰੀ ਕਰਨੈਲ ਸਿੰਘ। ਤਾਂ ਇਹਦਾ ਆਨਸਰ ਆ ਜਾਊਗਾ ਚੌਧਰੀ ਕਰਨੈਲ ਸਿੰਘ ਆ ਭਾਈ, ਜਿਹਨੇ ਇਹ ਕੀ ਜਿੱਤਿਆ ਸੀ? ਫਸਟ ਪੰਜਾਬੀ ਫਿਲਮ ਟੂ ਵੌਨ ਨੈਸ਼ਨਲ ਫਿਲਮ ਅਵਾਰਡ ਫੋਰ ਬੈਸਟ ਫੀਚਰ ਫਿਲਮ ਇਨ ਪੰਜਾਬੀ। ਓਕੇ, ਚੌਧਰੀ ਕਰਨੈਲ ਸਿੰਘ। ਹੇਠ ਲਿਖਿਆ ਵਿੱਚੋਂ ਕਿਹੜਾ ਜ਼ਿਲ੍ਹਾ ਪਾਕਿਸਤਾਨ ਨਾਲ ਆਪਣੀ ਸਰਹੱਦ ਨੂੰ ਸਾਂਝਾ ਕਰਦਾ ਹੈ? ਤਾਂ ਪਾਕਿਸਤਾਨ ਨਾਲ ਭਾਈ ਰੂਪਨਗਰ ਤਾਂ ਲੱਗਦਾ ਨਹੀਂ, ਨਾ ਹੁਸ਼ਿਆਰਪੁਰ ਲੱਗਦਾ, ਲੁਧਿਆਣਾ ਵੀ ਇਹਦਾ ਵਿਚਕਾਰ ਆ ਗਿਆ। ਤਾਂ ਫਿਰੋਜ਼ਪੁਰ ਲੱਗਦਾ, ਸਰਹੱਦੀ ਇਲਾਕਾ ਆ ਗਿਆ, ਮਾਝੇ ਦੇ ਖੇਤਰ ਆ ਗਏ ਆਪਣੇ। ਠੀਕ ਹੈ, ਫਿਰੋਜ਼ਪੁਰ। ਫਾਜ਼ਿਲਕਾ ਵੀ ਇਸ ਤੋਂ ਅਲੱਗ ਹੋ ਕੇ ਬਣੇਗਾ ਫਿਰੋਜ਼ਪੁਰ ਤੋਂ। ਠੀਕ ਹੈ ਜੀ, ਹੁਣ ਚੱਲਦੇ ਆਪਾਂ ਅਗਲੇ 'ਤੇ। ਜਦੋਂ ਪੰਜਾਬ ਫੁੱਟਬਾਲ ਟੀਮ ਨੇ ਪਹਿਲੀ ਵਾਰ ਸੰਤੋਸ਼ ਟਰੋਫੀ ਜਿੱਤੀ, ਕਹਿੰਦੇ ਜਿਹੜੀ ਪੰਜਾਬ ਦੀ ਆਪਣੀ ਫੁੱਟਬਾਲ ਟੀਮ ਸੀ ਉਹਨੇ ਪਹਿਲੀ ਵਾਰ ਸੰਤੋਸ਼ ਟਰੋਫੀ ਜਿੱਤੀ। ਕਦੋਂ ਜਿੱਤੀ ਉਹਨਾਂ ਨੇ ਪਹਿਲੀ ਵਾਰ ਸੰਤੋਸ਼ ਟਰੋਫੀ? ਦੱਸੋ ਭਾਈ। ਬਿਨ ਦਾ ਪੰਜਾਬ ਫੁੱਟਬਾਲ ਟੀਮ ਬਾਉਨ ਦਾ ਸੰਤੋਸ਼ ਟਰੋਫੀ ਫੋਰ ਦਾ ਫਸਟ ਟਾਈਮ ਇਨ। ਤਾਂ ਇਹ ਜਿੱਤੀ ਭਾਈ ਇਹਨਾਂ ਨੇ, ਕਹਿੰਦੇ 68-69 ਦੇ ਵਿੱਚ, 69-70 ਦੇ ਵਿੱਚ, 70-71 ਦੇ ਵਿੱਚ, 71-72 ਦੇ ਵਿੱਚ। ਤਾਂ ਇਹਦਾ ਆਨਸਰ ਹੈਗਾ ਭਾਈ 70-71, ਇਹਦਾ ਬਿਲਕੁਲ ਸਹੀ ਆਨਸਰ ਹੈਗਾ। ਠੀਕ ਹੈ ਜੀ, ਹੁਣ ਚੱਲਦੇ ਆਪਾਂ ਅਗਲੇ 'ਤੇ। ਪੰਜਾਬ ਵਿੱਚ ਖੇਤਰਾਂ ਦੇ ਹਿਸਾਬ ਨਾਲ ਸਭ ਤੋਂ ਵੱਡਾ ਜ਼ਿਲ੍ਹਾ ਕਿਹੜਾ ਹੈਗਾ? ਤਾਂ ਇਹਦਾ ਤੁਹਾਨੂੰ ਬਹੁਤ ਵਾਰੀ ਕਰਵਾਤਾ, ਗੁਰਦਾਸਪੁਰ, ਅੰਮ੍ਰਿਤਸਰ, ਮਲੇਰਕੋਟਲਾ ਕਿ ਲੁਧਿਆਣਾ। ਤਾਂ ਸਭ ਤੋਂ ਵੱਡਾ ਜ਼ਿਲ੍ਹਾ ਭਾਈ ਲੁਧਿਆਣਾ ਹੈਗਾ।
ठीक है, गल दिमाग 'ਚ बिठा लो। इस तो बाद चलते आप अगले ते। खेत्रफल के हिसाब से सब तो छोटा जिला किहड़ा गा? खेत्रफल के हिसाब से सब तो छोटा जिला किहड़ा गा, दसो भाई। खेत्रफल के हिसाब से किहड़ा होगा सब तो छोटा जिला? तो ये आऊगा भाई अपना पठानकोट। ठीक है, पठानकोट सब तो छोटा जिला गा। जो आप खेत्रफल के हिसाब से देखिए, कपूरथला मलेरकोटला ये तो सारे बड़े मलेरकोटला हुण बनेगा। ठीक है, तो सब तो छोटा जिला हैगा ये पठानकोट है। ठीक है जी, तो ये अपने ये सारे MCQ कवर हो गए भाई। 100 MCQ पहला करवाता, 48 MCQ ये हो गए, 148 हो गए, 2 घट 150। ठीक है, तो सारे बच्चों ने ये MCQ ध्यान नाल लाने। तो एक MCQ की वीडियो तुहानूं पंजाबी दी मैं होर प्रोवाइड कर दूंगा 1-2 दिन तक, क्योंकि पंजाब जी के ज़्यादा आ रही है पेपरों में। ठीक है, तो तां करके गल ध्यान रखना। तो अज तुहाडा टैसट है भी रीजनिंग का। ठीक है, 2-3 बजे टैसट पा दूंगा। तो पंजाब की मैथ की वीडियो मैं थोड़े टाइम तक तुहानूं अपलोड कर दांगा। धन्यवाद मेरे दोस्तों, जिउंदे वादे रहो भाई सारे। तो लैक्चर ध्यान नाल लाउणा, वीडियो नूं वध तो वध लाइक कर दो, शेयर कर दो। PDF तुहानूं सारे मैं अज प्रोवाइड कर देना शाम तक। ठीक है, 11-12 बजे तक मैं PDF प्रोवाइड करवा दूंगा सारे बच्चों को। ठीक है, तो सारे बच्चों ने बड़े ध्यान नाल लैक्चर लाउणा। किसी भी चीज़ की जो कोई समझ नहीं आती तो कमेंट करके पूछ लियो। ठीक है बच्चों, बहुत मेहनत नाल लैक्चर तैयार होंदा गा। देखो आही नोट्स जिवें तुहानूं तैयार करके देने होण, ठीक है ना, बाकी तुसीं आप सियाणे हो, आही नोट्स तुहानूं मैं तैयार करके देने होण तां जिन्ने मर्जी रुपये लै सकदे आ। ठीक है, तां करके पुत्रो पढ़ो, चंगी तरह स्टडी करो। ठीक है, कोई चक्कर वाली गल नहीं। तो आपदा पेपर क्लीयर करो वध तो वध। ठीक है, तो सारे बच्चों ने बड़े ढंग नाल पेपर दे के आउणा। एक वीडियो पाई है भाई मैं OMR शीट वाली, सारे बच्चों ने वो शीट एक बार वीडियो भावें सारे आपको पता गया सारा कुछ कराया उन्हें आपको पता अद्धे बच्चे कहते, तां भी वो वीडियो एक बार जरूर देख लो। ठीक है, इन्ने नाल सारा कुछ, कई बार ना थोड़ी चीज़ भी आपको मरवा दिंदी हुंदी है। ठीक है, कई देखो कई बार बंदा ओवर एक्साइटिंग ना, ओवर एक्साइटिंग कि मैनूं सारा कुछ आउंदा गा, सारा कुछ गलत कर आउंदा हुंदा। कई बार बच्चा डरदा जांदा सारा कुछ सही कर आउंदा हुंदा गा। तां करके ये चीज़ां दा थोड़ा जिहा ध्यान रखा करो। ठीक है, जे कोई मतलब तुहानूं पेपर के पॉइंट देखो, माड़ी जी गलती तुहाडी पेपर रिजैक्ट करवा दूगी, मुड़ के गल गई 5 सालों ते 5 सालों में तुसीं ओवरेज हो जाओगे कि कोई किसी काम लग जूगी, किसी काम लग जूगा। तां करके तुहाडे कोल हुण मौका गा, कदे भी कोई इहो जी गलती ना करो। जिहड़ी चीज़ मैं तुहानूं समझाऊँगा वो थोड़े फायदे वास्ते होगी, तुहानूं नुकसान नहीं दिंदी वो। ठीक है, वो चीज़ नुकसान नहीं दिंदी तुहानूं, तुहाडे फायदे वास्ते ही हैगी। ये गल आपदे दिमाग 'च बिठा लो। जे तुसीं ये गल आपदे दिमाग 'च बिठा ली ना, उदे तुसीं सही आपदे प्लेटफॉर्म पर खड़े हो जाओगे। ठीक है, तो तैयारी कभी भी ना छड्डो। देखो तुसीं एक ध्यान नाल देखो, 72,000 बच्चा पढ़ रहा मेरे को, 72 के हो जाएंगे अज तक। देखो बाकी सारे पंजाब से देख लो किन्ने इंस्टीट्यूट है, 12 लाख बच्चे ने अपलाई किया गा। पोस्टां हैगियां सारियां टोटल मिला के देखिए जोर मार के 12 लाख से अगले सिपाहियों ने भर्ती की, सिपाहियों की पोस्ट कितनी सारी 4200। ठीक है, तुसीं देखो कि 12 लाख का मुकाबला 4200 नाल है। ठीक है, 12 लाख का मुकाबला 4200 नाल है। तां करके तुसीं ये गल देखो कि सारे बच्चे तो लग नहीं सकते नौकरी ते। जे कहो कि सारी लग जाओगे नौकरी तो बहुत मुश्किल है बच्चों, सारे नहीं लग सकते क्योंकि पोस्ट ही 4200 है। बच्चा भरना 12 लाख, चलो मान लेने भी 12 लाख के विचों अद्ध मान लो कि अद्ध बच्चा भी सीरीयस है पढ़ाई को लैके। ठीक है, वैसे हरा सारी सीरीयस है, अद्ध बच्चा भी मान के देखो तां भी कॉम्पीटिशन बहुत ज़्यादा है। तां करके बच्चों पढ़ाई कंटिन्यू रखो। ठीक है, जे कुदरती किसी बच्चे की सिलैक्शन नहीं हो पा रही, जे होगी तो बड़ी वधी गल है, जे किसी नहीं भी होंगी तो पढ़ाई कंटिन्यू रखो। बुरे कोई होर पेपर जरूर कढ़ लियो, पर पढ़ाई का साथ नहीं छड्डना आप कदे भी। ठीक है ना, बस यही गल करनी होंगी पुत्रों में। तो क्योंकि जे आप पढ़ाई का साथ छड्डता आप कहते कि चल कोई गल नहीं यार कि पेपर का क्लीयर होंदा नहीं। देखो पढ़ाई की है कि पढ़ाई हैगी कि तपस्या। पढ़ाई एक तपस्या हैगी, जिन्नी तुसीं तपस्या करोगे उन्नी घट है। ठीक है, तपस्या करके ही देखो IPS IAS बनते हैं। दिन रात कमरे के ही बंदा कह दिंदा फिर किते जाके IPS बन जाता। आप कहते हैं वो फलाना IPS ला के IPS, आप ये नहीं देखते कि उन्हें मेहनत कितनी की है। समझ गए, तां करके मेहनत का संबंध है। मेहनत एक तपस्या भाई, जिन्नी कर लोगे उन्नी थोड़ी है। जे किसी बच्चे की किसी करके सिलैक्शन नहीं होंगी ऐतकी कोई चक्कर नहीं होंदा, आपां भी हैगे हैं तो अगे भी पोस्टां बहुत आउणगीਆਂ। ठीक है, बस थोड़ी जी जिम्मेदारी समझो, इन नकम्मियां सरकारों का खड़ा छड्ड दो बस। ठीक है, क्योंकि तुहानूं पता गा इन्नी बेरोजगारी फैला रखी है इन्होंने, तां करके ये चीज़ तो थोड़ा इन्हों छुटकारा पवाइए तो फिर ही कुछ बनूगा अपना। इन्होंने तो कुछ नहीं, देखो इन्होंने तो सारा कुछ आपदा सैट करी बैठा, रौला हैगा अपना। तां करके इन्हों का खड़ा छड्डो तो आपदे पैरां ते आप खड़े हो तुसीं।
ਠੀਕ ਹੈ, ਬਸ ਇਹੀ ਗੱਲ ਕਰਨੀ ਸੀ ਪੁੱਤਰੋ, ਬਾਕੀ ਤੁਸੀਂ ਆਪ ਸਮਝਦਾਰ ਹੋਗੇ। ਅਤੇ ਬਸ ਇਹੀ ਗੱਲ ਕਰਨੀ ਸੀ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਵਾਦੇ ਰਹੋ ਭਾਈ ਸਾਰੇ। ਅਤੇ ਵਧੀਆ ਟੈਸਟ ਲਾਉਣਾ, ਅਤੇ ਉਹਦੀ ਦੁਬਾਰਾ ਫਿਰ ਵੀ ਗੱਲ ਕਰਨ ਲੱਗਿਆ ਸ਼ਾਮ ਨੂੰ ਟੈਸਟ ਲਊਂਗਾ ਮੈਂ ਉਹਦਾ ਰੀਜ਼ਨਿੰਗ ਦਾ। ਸਾਰੇ ਬੱਚਿਆਂ ਨੂੰ ਜ਼ਰੂਰ ਦੇਣਾ ਟੈਸਟ ਉਹ। ਧੰਨਵਾਦ।